ਹੋ। ਅੱਜ ਅਸੀਂ ਮਾਡਰਨ ਆਫਿਸ ਪ੍ਰੈਕਟਿਸ ਵਿੱਚ ਮਾਡਰਨ ਆਫਿਸ ਮੈਨੇਜਰ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹਦੇ ਵਿੱਚ ਅਸੀਂ ਵੇਖਦੇ ਨਾ ਜਦੋਂ ਆਫਿਸ ਮੈਨੇਜਮੈਂਟ ਇਹਦੇ ਵਿੱਚ ਇੱਕ ਮੁੱਖ ਕਿਰਦਾਰ ਕੌਣ ਹੈਗਾ ਆ, ਉਹ ਆ ਸਾਡਾ ਮੈਨੇਜਰ। ਮੈਨੇਜਰ ਸਭ ਕੁਝ ਵੇਖ ਰਿਹਾ ਹੁੰਦਾ, ਸਭ ਕੁਝ ਕਰ ਰਿਹਾ ਹੁੰਦਾ ਆ, ਸਾਰਾ ਤਾਲਮੇਲ ਉਹ ਬਿਠਾ ਰਿਹਾ ਹੁੰਦਾ ਆ। ਤੇ ਅਸੀਂ ਹੁਣ ਸਮਝਣ ਦੀ ਕੋਸ਼ਿਸ਼ ਕਰਾਂਗੇ ਮਾਡਰਨ ਆਫਿਸ ਮੈਨੇਜਰ ਇਹ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦਾ ਹੈਗਾ ਆ। ਇਹਦੇ ਬਾਰੇ ਆਪਾਂ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਤੇ ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਆਪਾਂ ਸਮਝਣਾ ਹੈਗਾ ਆ ਕਿ ਕੌਣ ਆ। ਦ ਮਾਡਰਨ ਆਫਿਸ ਮੈਨੇਜਰ ਇਜ਼ essential position in any organization। ਇਹ ਬਹੁਤ ਹੀ ਜ਼ਰੂਰੀ ਇੱਕ ਪੋਜੀਸ਼ਨ ਹੈਗੀ ਆ ਜਿਹੜੀ ਕਿ ਹਰ ਆਫਿਸ ਵਿੱਚ ਤੁਹਾਨੂੰ ਮਿਲੇਗੀ। This person is responsible for overseeing and coordinating the day-to-day operation of the office and ensuring that work environment is efficient, effective and productive। ਹੁਣ ਆ ਚੀਜ਼ਾਂ ਕੌਣ ਵੇਖ ਰਿਹਾ ਹੈਗਾ ਆ? ਕੌਣ ਹੈਗਾ ਇੱਕ ਵਿਅਕਤੀ ਜਿਹੜਾ ਕਿ ਪੂਰੇ ਦਫ਼ਤਰ ਵਿੱਚ ਤਾਲਮੇਲ ਬਣਾ ਰਿਹਾ ਹੈ, ਜਿਹੜਾ ਕਿ ਕਾਰਜ ਦੀਆਂ ਨਿਗਰਾਨੀ ਕਰ ਰਿਹਾ ਹੈ, ਜਿਹੜਾ ਕਿ ਯਕੀਨੀ ਬਣਾ ਰਿਹਾ ਹੈਗਾ ਆ ਕਿ ਜਿਹੜਾ ਮਾਹੌਲ ਆ ਉਹ ਕਿਸ ਤਰ੍ਹਾਂ ਦਾ ਹੋਵੇ, ਕੁਸ਼ਲ ਹੋਵੇ, ਪ੍ਰਭਾਵਸ਼ਾਲੀ ਹੋਵੇ, ਲਾਭਕਾਰੀ ਹੋਵੇ, ਐਫੀਸ਼ੀਐਂਟ ਹੋਵੇ, ਇਫੈਕਟਿਵ ਹੋਵੇ ਤੇ ਪ੍ਰੋਡਕਟਿਵ ਹੋਵੇ। ਇਹ ਭੂਮਿਕਾ ਜਿਹੜਾ ਨਿਭਾ ਰਿਹਾ ਵਿਅਕਤੀ ਉਹਨੂੰ ਆਪਾਂ ਕਹਿੰਦੇ ਆ ਮੈਨੇਜਰ। ਇਹ ਕਲਾਸ ਵਿੱਚ ਵੀ ਗਾਈਡ ਕਰਦੇ ਆ ਨਾ ਕਿ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਅਸੀਂ ਜਦੋਂ ਆਪਣੀ ਕਮਰਸ ਦੀ ਪੜ੍ਹਾਈ ਕਰ ਰਹੇ ਆ ਤੇ ਆਪਾਂ ਕਿਤੇ ਨਾ ਕਿਤੇ ਮੈਨੇਜਰ ਬਣਨਾ ਹੈਗਾ। ਉਹ ਮੈਨੇਜਰ ਦੀ ਪੋਜੀਸ਼ਨ ਅਸੀਂ ਲੈਣੀ ਹੈਗੀ ਆ, ਮਗਰ ਜਸਟ ਪੋਜੀਸ਼ਨ ਨਹੀਂ ਨਾ ਲੈਣੀ, ਆਪਾਂ ਉਹ 'ਚ ਕਰਨਾ ਕੀ ਹੈਗਾ ਹੈ ਉਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਓਵਰਸੀਇੰਗ ਐਂਡ ਕੋਆਰਡੀਨੇਟਿੰਗ। ਇਹ ਦੋ ਵਰਡ ਪਹਿਲਾਂ ਵੀ ਆਪਾਂ ਪੜ੍ਹ ਰਹੇ ਸੀ ਨਾ ਆਫਿਸ ਮੈਨੇਜਮੈਂਟ ਵਿੱਚ, ਜਦੋਂ ਆਪਾਂ ਸਾਰੀ ਤਰਤੀਬ ਨੂੰ ਪੜ੍ਹ ਰਹੇ ਹਾਂ ਉਹਦੇ ਵਿੱਚ ਵੀ ਇਹ ਦੋ ਵਰਡ ਬਾਰ-ਬਾਰ ਆ ਰਹੇ ਸੀ ਕਿ ਅਸੀਂ ਓਵਰਸੀ ਕਰਨਾ ਹੈ ਤੇ ਕੋਆਰਡੀਨੇਟ ਕਰਨਾ ਹੈਗਾ ਆ। ਤੇ ਉਹ ਵਿਅਕਤੀ ਜਿਹੜਾ ਇਹ ਕੰਮ ਕਰ ਰਿਹਾ ਹੈਗਾ ਆਪਾਂ ਉਹਨੂੰ ਕੀ ਕਹਿੰਦੇ ਆ? ਮੈਨੇਜਰ ਕਹਿੰਦੇ ਹੈਗੇ ਆ। ਤੇ ਇਹ ਰੋਜ਼ਾਨਾ ਦੇ ਕੰਮਾਂ ਨੂੰ ਵੇਖ ਰਿਹਾ ਹੋਏਗਾ, ਸਾਰੇ ਆਪਰੇਸ਼ਨ ਉਹਦੀ ਨਿਗਾਹ ਹੇਠ ਥੱਲਿਓਂ ਦੀ ਗੁਜ਼ਰ ਰਹੇ ਹੋਣਗੇ। ਕਿਉਂ ਵੇਖ ਰਿਹਾ ਹੋਏਗਾ? ਕੀ ਕਾਰਨ ਆ? ਉਹ ਵੇਖ ਕਿਉਂ ਰਿਹਾ ਹੈਗਾ? ਉਹ ਇਸ ਕਰਕੇ ਵੇਖ ਰਿਹਾ ਹੈ ਕਿ ਇਨਸ਼ੋਰ ਕਰ ਸਕੇ ਕਿ ਜਿਹੜਾ ਉਹਦਾ ਆਫਿਸ ਹੈਗਾ ਆ ਉਹ ਐਫੀਸ਼ੀਐਂਟਲੀ ਵਰਕ ਕਰ ਰਿਹਾ ਹੋਵੇ, ਇਫੈਕਟਿਵਲੀ ਵਰਕ ਕਰ ਰਿਹਾ ਹੋਵੇ, ਪ੍ਰੋਡਕਟਿਵ ਹੋਵੇ, ਵੱਧ ਤੋਂ ਵੱਧ ਉਹ ਲਾਭ ਕਮਾ ਕੇ ਦੇ ਰਿਹਾ ਹੋਵੇ, ਵੱਧ ਤੋਂ ਵੱਧ ਉਹ ਰਿਸੋਰਸ ਮੈਨੇਜਮੈਂਟ ਕਰ ਰਿਹਾ ਹੋਵੇ, ਟਾਈਮ ਮੈਨੇਜਮੈਂਟ ਕਰ ਰਿਹਾ ਹੋਵੇ। ਇਹ ਉਸ ਵਿਅਕਤੀ ਦਾ ਕਾਰਜਕਾਰ ਹੈਗਾ ਆ। ਇਹਦੇ ਉੱਤੇ ਉਹਨੇ ਸਾਰਾ ਦਿਨ ਧਿਆਨ ਦੇਣਾ ਹੁੰਦਾ ਆ। ਹੁਣ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕੁਆਲੀਫਿਕੇਸ਼ਨ ਕਿਸ ਤਰ੍ਹਾਂ ਦੀ ਹੋਏਗੀ ਉਹਦੀ ਬਾਰੇ। ਜਦੋਂ ਆਪਾਂ ਸਮਝਣਾ ਨਾ ਕਿ ਉਹ ਟਿਪੀਕਲੀ ਕਿਸ ਤਰ੍ਹਾਂ ਦਾ ਬੰਦਾ ਹੋਗਾ, ਕਿਸ ਤਰ੍ਹਾਂ ਦੀ ਉਹਦੇ ਐਕਸਪੀਰੀਅੰਸ ਹੋਣਗੇ, ਕਿਸ ਤਰ੍ਹਾਂ ਦਾ ਉਹਦਾ ਪਰਸਨਲ ਐਟਰੀਬਿਊਟ ਹੋਏਗਾ, ਉਹਨੂੰ ਜਦੋਂ ਆਪਾਂ ਸਮਝ ਰਹੇ ਹੈਗੇ ਆ ਤੇ ਉਹਦੇ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਦੀ ਜਿਹੜੀ ਕੁਆਲੀਫਿਕੇਸ਼ਨ ਆ। ਆਪਾਂ ਕਹਿੰਦੇ ਆ ਨਾ ਕਿ ਅਗਰ ਅਸੀਂ ਬੈਂਕ 'ਚ ਮੈਨੇਜਰ ਬਣਨਾ, ਉਹਦੀ ਕੋਈ ਖਾਸ ਕੁਆਲੀਫਿਕੇਸ਼ਨ ਹੋਏਗੀ ਨਾ। ਫੋਰ ਐਗਜ਼ਾਮਪਲ, ਜਿਸ ਤਰ੍ਹਾਂ ਬਹੁਤ ਸਾਰੇ ਬੱਚੇ ਬੀਕਾਮ ਕਰਕੇ ਐਮਕਾਮ ਕਰਦੇ ਹੈਗੇ ਨੇ ਤੇ ਇਹ ਉਹਨਾਂ ਦੀ ਸਿੱਖਿਆ ਖੇਤਰ ਪੂਰਾ ਹੁੰਦਾ ਹੈਗਾ, ਫਿਰ ਉਹ ਕਿਸੇ ਬੈਂਕ 'ਚ ਜਾ ਕੇ ਮੈਨੇਜਰ ਲੱਗਦੇ ਹੈਗੇ ਨੇ। ਇਸ ਤਰ੍ਹਾਂ ਹੀ ਕੋਈ ਬੱਚੇ ਐਮਬੀਏ ਕਰ ਰਹੇ ਹੈਗੇ ਨੇ, ਉਹ ਕਿਸੇ ਕਾਰਪੋਰੇਟ ਵਿੱਚ ਜਾ ਕੇ ਕਿਸੇ ਫਰਮ 'ਚ ਜਾ ਕੇ ਮੈਨੇਜਰ ਬਣ ਰਹੇ ਹੈਗੇ ਨੇ। ਉਹਦਾ ਇੱਕ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ। ਇਸ ਤਰ੍ਹਾਂ ਨਹੀਂ ਹੋ ਸਕਦਾ ਨਾ ਕਿ ਕੋਈ ਵਿਅਕਤੀ ਪਹਿਲੇ ਦਿਨ ਹੀ ਆਇਆ ਤਾਂ ਉਹ ਮੈਨੇਜਰ ਲੱਗ ਗਿਆ ਹੈਗਾ। ਉਹਨੂੰ ਕਿਤੇ ਨਾ ਕਿਤੇ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਉਸ ਵਕਤ ਦਾ, ਕਿਉਂਕਿ ਉਹ ਉਸ ਚੀਜ਼ ਦਾ ਇੱਕ ਪ੍ਰਕਾਰ ਨਾਲ ਹੈਡ ਆ। ਉਹ ਇੱਕ ਪ੍ਰਕਾਰ ਨਾਲ ਉਸ ਸਾਰੀ ਚੀਜ਼ ਨੂੰ ਮੈਨੇਜ ਕਰ ਰਿਹਾ ਹੋਏਗਾ। ਤੇ ਮੈਨੇਜ ਕੌਣ ਕਰ ਪਾਏਗਾ? ਮੈਨੇਜ ਕੌਣ ਕਰ ਪਾਏਗਾ? ਉਹ ਕਰ ਪਾਏਗਾ ਜਿਹਨੂੰ ਐਕਸਪੀਰੀਅੰਸ ਹੋਵੇ, ਕਿ ਉਹਨੂੰ ਅਨੁਭਵ ਹੋਣਾ ਚਾਹੀਦਾ ਹੈਗਾ ਆ। ਇਹੋ ਹੀ ਉਹਦੇ ਗੁਣ ਹੈਗੇ ਨੇ। ਆਪਾਂ ਕੀ ਵੇਖ ਰਹੇ ਹਾਂ? ਆਪਾਂ ਇੱਕ ਪ੍ਰਕਾਰ ਦੇ ਉਹਦੇ ਗੁਣ ਵੇਖ ਰਹੇ ਹੈਗੇ ਆ ਕਿ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਮੈਨੇਜਰ। ਉਹਦੇ ਕੋਲ ਐਜੂਕੇਸ਼ਨ ਹੋਵੇ, ਆਪਣੇ ਪ੍ਰੋਪਰ ਉਹਨੇ ਡਿਗਰੀ ਕੰਪਲੀਟ ਕੀਤੀ ਹੋਵੇ, ਉਹਨੂੰ ਆਪਣੇ ਸਬਜੈਕਟ ਵਿੱਚ ਪੂਰੀ ਜਾਣਕਾਰੀ ਹੋਵੇ। ਉਸ ਤੋਂ ਬਾਅਦ ਕੀ ਕਰ ਰਿਹਾ ਹੋਵੇ? ਉਸ ਤੋਂ ਬਾਅਦ ਉਹਦਾ ਇੱਕ ਐਕਸਪੀਰੀਅੰਸ ਹੋਵੇ। ਜਿਸ ਕੰਮ ਨੂੰ ਉਹ ਹੱਥ 'ਚ ਲੈ ਰਿਹਾ ਹੈਗਾ ਆ, ਉਹਨੇ ਪਹਿਲਾਂ ਐਜ਼ ਏ ਇੰਪਲੋਏ ਉਸ ਕੰਮ ਨੂੰ ਵੇਖਿਆ ਹੋਵੇ। ਉਸ ਤੋਂ ਬਾਅਦ ਬੱਚੇ, ਜਦੋਂ ਅਸੀਂ ਆਫਿਸ ਮੈਨੇਜਮੈਂਟ ਪੜ੍ਹ ਰਹੇ ਸੀ, ਇੱਕ ਵਰਡ ਬਾਰ-ਬਾਰ ਰਿਪੀਟ ਹੋ ਰਿਹਾ ਸੀ। ਉਹ ਕੀ ਸੀ? ਲੀਡਰਸ਼ਿਪ ਸਕਿੱਲ। ਕੀ ਮੈਨੇਜਰ ਬਿਨਾਂ ਲੀਡਰਸ਼ਿਪ ਸਕਿੱਲ ਦੇ ਹੋ ਸਕਦਾ ਹੈ? ਕਿ ਤੁਸੀਂ ਇਮੈਜਿਨ ਵੀ ਕਰ ਸਕਦੇ ਜੇ? ਕਿਉਂ ਨਹੀਂ ਕਰ ਸਕਦੇ? ਕਿਉਂਕਿ ਜਿਹੜਾ ਮੈਨੇਜਰ ਆ ਉਹ ਇੱਕ ਟੀਮ ਚਲਾ ਰਿਹਾ ਹੋਏਗਾ। ਪੂਰੀ ਪੂਰੀ ਟੀਮ ਜਿਹੜੀ ਹੈਗੀ ਆ ਉਹਦੇ ਅੰਡਰ ਕੰਮ ਕਰ ਰਹੀ ਹੋਏਗੀ। ਉਹ ਜਦੋਂ ਕੰਮ ਕਰਨਾ ਹੈਗਾ ਆ ਤੇ ਅਸੀਂ ਮੰਨ ਕੇ ਚੱਲੀਏ ਕਿ ਉਹਦੇ ਅੰਦਰ ਇੱਕ ਹੁਨਰ, ਲੀਡਰਸ਼ਿਪ ਕੁਆਲਿਟੀ ਦਾ ਹੁਨਰ ਜਿਹੜਾ ਹੈਗਾ ਆ ਉਹ ਹੋਏਗਾ, ਫਿਰ ਹੀ ਉਹ ਕੰਮ ਕਰ ਰਿਹਾ ਹੋਏਗਾ ਨਾ। ਤੇ ਥਰਡ ਜਿਹੜੀ ਕੁਆਲਿਟੀ ਆਪਾਂ ਕੁਆਲੀਫਿਕੇਸ਼ਨ ਜਿਹੜੀ ਉਹਦਾ ਗੁਣ ਵੇਖ ਰਹੇ ਆ, ਉਹ ਕੀ ਆ? ਲੀਡਰਸ਼ਿਪ ਕੁਆਲਿਟੀ। ਉਹ ਲੀਡ ਕਰ ਸਕਦਾ ਹੋਏਗਾ, ਸਾਰਿਆਂ ਨੂੰ ਆਪਣੇ ਸਾਥ ਲੈ ਕੇ ਚੱਲ ਸਕਦਾ ਹੋਏਗਾ। ਐਜ਼ ਅ ਟੀਮ ਜਿਹੜੀ ਹੈਗੀ ਆ
ਉਹਦਾ ਇੱਕ ਲੀਡਰ ਦੇ ਰੂਪ ਵਿੱਚ ਉਹਨਾਂ ਨੂੰ ਦੱਸ ਪਾਏਗਾ ਕਿ ਆ ਸਹੀ ਹੈ, ਇਹ ਗਲਤ ਹੈ, ਇਹ ਕੰਮ ਇਸ ਤਰ੍ਹਾਂ ਕਰਨਾ ਹੈਗਾ। ਉਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਉਹਨੇ ਜਦੋਂ ਓਵਰਸੀ ਕਰਨਾ ਆ ਤੇ ਤਾਲਮੇਲ ਬਿਠਾਉਣਾ ਆ, ਤੇ ਉਹਦੇ ਵਾਸਤੇ ਕਿਹੜੀ ਸਕਿੱਲ ਚਾਹੀਦੀ ਬੱਚਿਓ? ਆਰਗੇਨਾਈਜੇਸ਼ਨਲ ਸਕਿੱਲ। ਕਿਸੇ ਆਰਗੇਨਾਈਜ਼ ਨੂੰ ਚਲਾਉਣ ਲਈ ਸਾਨੂੰ ਆਰਗੇਨਾਈਜੇਸ਼ਨਲ ਸਕਿੱਲ ਚਾਹੀਦੀ ਹੁੰਦੀ ਹੈ। ਸੰਗਠਨ ਤਾਂ ਹੀ ਚਲੇਗਾ ਨਾ ਜੇ ਉਹਦਾ ਹੁਨਰ ਹੈਗਾ ਸਾਡੇ ਕੋਲ ਕਿ ਅਸੀਂ ਆਰਗੇਨਾਈਜੇਸ਼ਨ ਸਕਿੱਲ ਨੂੰ ਧਾਰਨ ਕਰਦੇ ਹੈਗੇ ਆ, ਜਾਂ ਆਪਾਂ ਕਿਸੇ ਕੰਪਨੀ ਵਿੱਚ ਕਿਸੇ ਫਰਮ ਵਿੱਚ ਕੰਮ ਕਰ ਸਕਦੇ, ਕਿਉਂਕਿ ਸਾਨੂੰ ਪਤਾ ਹੋਏਗਾ ਕਿੰਨੇ ਡਿਪਾਰਟਮੈਂਟ ਹੁੰਦੇ ਆ, ਉਹਨਾਂ ਦਾ ਤਾਲਮੇਲ ਕਿਸ ਤਰ੍ਹਾਂ ਕਰਨਾ ਹੈ। ਸਾਨੂੰ ਇਹ ਵੀ ਪਤਾ ਹੋਏਗਾ ਕਿ ਅਲੱਗ-ਅਲੱਗ ਪ੍ਰਕਾਰ ਦੇ EMPLOYEES ਹੁੰਦੇ ਨੇ, ਉਹਨਾਂ ਦੇ ਅਲੱਗ-ਅਲੱਗ ਹੁਨਰ ਹੈਗੇ ਨੇ, ਅਲੱਗ-ਅਲੱਗ ਗੁਣ ਹੈਗੇ ਨੇ, ਅਲੱਗ-ਅਲੱਗ ਕੁਆਲੀਫਿਕੇਸ਼ਨ ਹੈ, ਅਲੱਗ-ਅਲੱਗ ਉਹਨਾਂ ਦੇ ਕੰਮ ਨੇ। ਉਹਨਾਂ ਸਾਰਿਆਂ ਨੂੰ ਇੱਕ ਰੂਪ ਵਿੱਚ ਸਮਾਉਣਾ, ਇੱਕ ਪ੍ਰਕਾਰ ਦੇ ਨਾਲ ਲੈ ਕੇ ਚੱਲਣਾ, ਇੱਕ ਤਰ੍ਹਾਂ ਲੈ ਕੇ ਚੱਲਣਾ, ਇਹ ਆਰਗੇਨਾਈਜੇਸ਼ਨ ਸਕਿੱਲ ਚਾਹੁੰਦਾ ਹੈਗਾ ਆ। ਤੇ ਇਹ ਵੀ ਇੱਕ ਮੈਨੇਜਰ ਦਾ ਬਹੁਤ ਜ਼ਰੂਰੀ ਹੁਨਰ ਹੈਗਾ ਹੈ। ਇਹਦੇ ਬਿਨਾ ਸੰਭਵ ਹੀ ਨਹੀਂ ਹੈਗਾ ਕਿ ਕੋਈ ਚੰਗਾ ਮੈਨੇਜਰ ਬਣ ਜਾਵੇ। ਤੇ ਇਸ ਤੋਂ ਬਾਅਦ ਆਪਾਂ ਕਵਾਂਗੇ ਟੈਕਨੀਕਲ ਸਕਿੱਲ। ਪਿਆਰੇ ਬੱਚਿਓ, ਟੈਕਨੀਕਲ ਸਕਿੱਲ ਦੀ ਕਿਉਂ ਲੋੜ ਹੈਗੀ? ਕਿ ਬਾਰ-ਬਾਰ ਵੇਖਿਆ ਗਿਆ ਟੈਕਨੀਕਲ ਜਿਹੜੀ ਚੀਜ਼ ਹੈਗੀ ਉਹ ਕਿਉਂ ਜ਼ਰੂਰੀ ਹੈਗੀ ਆ? ਕਿਉਂਕਿ ਟੈਕਨੋਲੋਜੀ ਵੱਧ ਰਹੀ ਹੈਗੀ, ਟੈਕਨੋਲੋਜੀ ਦਾ ਇੰਟੀਗ੍ਰੇਸ਼ਨ ਕਰਨ ਦੀ ਲੋੜ ਹੈਗੀ ਹੈ। ਹਰ ਬਿਜ਼ਨਸ ਵਿੱਚ, ਹਰ ਕੰਪਨੀ ਵਿੱਚ ਦਿਨ ਬ ਦਿਨ ਨਵੀਂ ਟੈਕਨੋਲੋਜੀ ਆ ਰਹੀ ਹੈਗੀ ਆ, ਉਹਦਾ ਜੋੜ ਕਰਨਾ ਬਹੁਤ ਜ਼ਰੂਰੀ ਹੈਗਾ, ਉਹਨੂੰ ਆਤਮਸਾਤ ਉਸ ਕੰਪਨੀ ਵਿੱਚ ਕਰਨਾ ਬਹੁਤ ਜ਼ਰੂਰੀ ਹੈਗਾ। ਤੇ ਜਿਹੜਾ ਮੈਨੇਜਰ ਖੁਦ ਟੈਕਨੀਕਲੀ ਸਾਊਂਡ ਹੋਏਗਾ, ਉਹ ਇਹ ਹੁਨਰ ਰੱਖਦਾ ਹੋਏਗਾ, ਟੈਕਨੀਕਲ ਸਕਿੱਲ ਉਹਦੀ ਸਟਰੋਂਗ ਹੋਏਗੀ, ਉਹੀ ਕਰ ਪਾਏਗਾ ਨਾ। ਕਿਉਂਕਿ ਹੁਣ ਇਹ ਸੰਭਵ ਹੀ ਨਹੀਂ ਆ ਕਿ ਕੋਈ ਬਿਜ਼ਨਸ ਚੱਲ ਰਿਹਾ ਆ ਤੇ ਟੈਕਨੋਲੋਜੀ ਦਾ ਉਹਨੂੰ ਕੋਈ ਯੂਜ਼ ਨਹੀਂ ਕਰ ਰਿਹਾ। ਕਦੇ ਵੀ ਸੰਭਵ ਨਹੀਂ ਸੀ, ਮਗਰ ਅੱਜ ਦੇ ਟਾਈਮ 'ਚ ਮੁਸ਼ਕਲ ਕਿੱਥੇ ਆ ਰਹੀ ਆ ਕਿ ਉਹ ਜਿਹੜੀ ਟੈਕਨੋਲੋਜੀ ਆਪਾਂ ਕਹਿ ਰਹੇ ਹਾਂ ਉਹ ਦਿਨ ਬ ਦਿਨ ਬਦਲ ਰਹੀ ਹੈਗੀ, ਹਰ ਰੋਜ਼ ਬਦਲ ਰਹੀ ਹੈਗੀ, ਉਹਦੇ 'ਚ ਹਰ ਰੋਜ਼ ਕੁਝ ਅਪਡੇਟ ਆ ਰਿਹਾ। ਤੇ ਇਸ ਕਰਕੇ ਟੈਕਨੀਕਲੀ ਸਾਊਂਡ ਹੋਣਾ ਬਹੁਤ ਜ਼ਰੂਰੀ ਹੈ ਮੈਨੇਜਰ ਦਾ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਤੁਸੀਂ ਅੱਜ ਇਹ ਕੰਮ ਲਿਆ ਤੇ 20 ਸਾਲ ਤੱਕ ਉਹੀ ਕੰਮ ਕਰ ਰਹੇ ਜੇ, ਸੇਮ ਕੰਪਿਊਟਰ ਤੇ ਕਰੀ ਜਾ ਰਹੇ, ਸੇਮ ਸੌਫਟਵੇਅਰ ਨਾਲ ਕਰੀ ਜਾ ਰਹੇ ਜੇ। ਇਹ ਨਹੀਂ ਹੋਏਗਾ। ਮਸ਼ੀਨਾਂ ਲਗਾਤਾਰ ਬਦਲ ਰਹੀਆਂ, ਉਹਨਾਂ ਦੇ ਸੌਫਟਵੇਅਰ ਲਗਾਤਾਰ ਅਪਗ੍ਰੇਡ ਹੋ ਰਹੇ ਨੇ। ਟੈਕਨੀਕਲ ਸਕਿੱਲ ਬਹੁਤ ਜ਼ਰੂਰੀ ਹੈਗੀ। ਉਸ ਤੋਂ ਬਾਅਦ ਅਟੈਂਸ਼ਨ ਟੂ ਡਿਟੇਲ। ਦੇਖੋ ਇਹ ਵੀ ਗੁਣ ਹੈਗਾ, ਇੱਕ ਕੁਆਲੀਫਿਕੇਸ਼ਨ ਹੈਗੀ ਆ। ਜਦੋਂ ਆਪਾਂ ਇੰਟਰਵਿਊ ਲੈ ਰਹੇ ਹਾਂ ਨਾ, ਤੇ ਅਸੀਂ ਇਸ ਚੀਜ਼ ਦਾ ਧਿਆਨ ਰੱਖਦੇ ਹਾਂ ਕਿ ਜਿਹੜਾ ਮੈਨੇਜਰ ਆ ਕਿ ਉਹ ਡਿਟੇਲਸ ਜਿਹੜੀ ਜਾਣਕਾਰੀ ਹੈਗੀ ਆ ਉੱਤੇ ਨਜ਼ਰ ਰੱਖਦਾ ਹੈ, ਉਹਨੂੰ ਛੋਟੀ ਛੋਟੀ ਡਿਟੇਲ ਪਤਾ ਲੱਗਦੀ ਹੈਗੀ ਆ, ਇਗਨੋਰ ਤਾਂ ਨਹੀਂ ਕਰਦਾ ਹੈਗਾ। ਕਿਉਂਕਿ ਕਈ ਵਾਰ ਇੱਕ ਛੋਟੀ ਗਲਤੀ ਜਿਹੜੀ ਹੈਗੀ ਆ ਪੂਰੀ ਤਰ੍ਹਾਂ ਕੰਪਨੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਫਰਮ ਜਿਹੜੀ ਹੈਗੀ ਆ, ਇੱਕ ਸੰਗਠਨ ਜਿਹੜਾ ਹੈਗਾ ਆ ਉਹ ਬਹੁਤ ਮੁਸ਼ਕਲ 'ਚ ਪੈ ਸਕਦਾ ਹੈਗਾ ਆ ਜੇ ਉਹ ਵੇਰਵਿਆਂ ਵੱਲ ਧਿਆਨ ਨਹੀਂ ਦਿੰਦਾ ਹੈਗਾ, ਉਹ ਇਗਨੋਰ ਕਰ ਦਿੰਦਾ ਹੈਗਾ। ਉਹਨੂੰ ਲੱਗਦਾ ਕਿ ਨਹੀਂ ਇਹ ਤਾਂ ਛੋਟੀ ਜਿਹੀ ਗੱਲ ਹੈਗੀ, ਇਹਦੇ ਬਾਰੇ ਕਿਉਂ ਆਪਾਂ ਸੋਚ ਰਹੇ ਹੈਗੇ ਹਾਂ। ਮਗਰ ਅਟੈਂਸ਼ਨ ਟੂ ਡਿਟੇਲ ਇਹ ਵੀ ਉਹਦੀ ਕੁਆਲੀਫਿਕੇਸ਼ਨ ਹੈ। ਜਦੋਂ ਅਸੀਂ ਇੰਟਰਵਿਊ ਤੇ ਕਿਸੇ ਮੈਨੇਜਰ ਨੂੰ ਰੱਖਣਾ ਨਾ, ਉਦੋਂ ਇਹ ਚੀਜ਼ਾਂ ਵੇਖੀਆਂ ਜਾਂਦੀਆਂ ਨੇ। ਇਸ ਕਰਕੇ ਤੁਸੀਂ ਵੀ ਜਦੋਂ ਕੋਈ ਆਪਣਾ ਬਿਜ਼ਨਸ ਸੈਟਅਪ ਕਰ ਰਹੇ ਹੋਗੇ ਜਾਂ ਕਿਸੇ ਕੰਪਨੀ ਵਿੱਚ ਜਾ ਰਹੇ ਹੋਗੇ, ਇਸ ਉਮੀਦ ਨਾਲ ਕਿ ਮੈਂ ਉੱਥੇ ਮੈਨੇਜਰ ਲੱਗਣਾ ਹੈਗਾ ਆ, ਤੇ ਤੁਸੀਂ ਮੰਨ ਕੇ ਚੱਲਣਾ ਹੈ ਕਿ ਇਹ 6 ਪੁਆਇੰਟਸ ਤੁਸੀਂ ਕਲੀਅਰ ਕਰਨੇ ਨੇ। ਤੁਹਾਡੇ ਕੋਲ ਉਸ ਮੈਨੇਜਰ ਬਣਨ ਦੀ ਇੱਕ ਸਪੈਸੀਫਿਕ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਨਾ, ਸਿੱਖਿਆ ਤੁਸੀਂ ਕੀਤੀ ਹੋਏਗੀ, ਐਜੂਕੇਸ਼ਨ ਤੁਹਾਡੀ ਉਸ ਤੋਂ ਰਿਲੇਟਡ ਹੋਣੀ ਚਾਹੀਦੀ ਹੈਗੀ, ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ, ਤੁਹਾਡੇ ਕੋਲ ਲੀਡਰਸ਼ਿਪ ਕੁਆਲਿਟੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਵਿਦਆਊਟ ਲੀਡਰਸ਼ਿਪ ਸਕਿੱਲ ਤੁਸੀਂ ਮੈਨੇਜਰ ਬਣ, ਆਰਗੇਨਾਈਜੇਸ਼ਨ ਸਕਿੱਲ ਹੈ ਨਹੀਂ ਤੁਸੀਂ ਮੈਨੇਜਰ ਬਣ ਜਾਓ, ਟੈਕਨੀਕਲੀ ਤੁਸੀਂ ਸਾਊਂਡ ਨਹੀਂ ਜੇ ਮੈਨੇਜਰ ਬਣ ਜਾਓ, ਤੇ ਤੁਸੀਂ ਡਿਟੇਲ ਜਿਹੜੀਆਂ ਹੈਗੀਆਂ ਉੱਤੇ ਅਟੈਂਸ਼ਨ ਨਹੀਂ ਦੇ ਪਾਉਂਦੇ, ਵੇਰਵਿਆਂ ਵੱਲ ਧਿਆਨ ਨਹੀਂ ਦੇ ਪਾਉਂਦੇ, ਤੁਸੀਂ ਮੈਨੇਜਰ ਬਣ ਜਾਓ, ਇਹ ਸੰਭਵ ਨਹੀਂ ਹੈ। ਮੈਨੂੰ ਇੱਕ ਕੁਐਸਚਨ ਦੇ ਆਨਸਰ ਦੇ ਰੂਪ ਵਿੱਚ ਵੀ ਯਾਦ ਰੱਖਣਾ 6 ਪੁਆਇੰਟਸ ਨੂੰ, ਤੇ ਆਪਣੇ ਮਨ ਵਿੱਚ ਵੀ ਬਿਠਾਉਣਾ ਆ ਕਿ ਇਹ ਬੇਸਿਕ ਕੁਆਲੀਫਿਕੇਸ਼ਨ ਹੈ ਇੱਕ ਮੈਨੇਜਰ ਦੀ ਜਿਹੜੀ ਕਿ ਹੋਣੀ ਚਾਹੀਦੀ ਹੈਗੀ ਆ। ਇਹ ਸਾਰੀਆਂ ਮਿਲਾ ਕੇ ਹੀ ਇੱਕ ਚੰਗਾ ਮੈਨੇਜਰ ਬਣਦਾ ਹੈ। ਕਿਉਂਕਿ ਆਫਿਸ ਮੈਨੇਜਮੈਂਟ ਅਗਰ ਇੱਕ ਬੰਦੇ ਤੇ ਡਿਪੈਂਡ ਕਰ ਰਹੀ ਹੈ ਤਾਂ ਉਹ ਕੌਣ ਹੈਗਾ? ਹੈਗਾ ਉਹ ਜਿਹੜਾ ਮੈਨੇਜਰ ਹੈਗਾ ਆ, ਉਹਦੇ ਅੰਦਰ ਇਹ ਕੁਆਲੀਫਿਕੇਸ਼ਨਸ ਹੋਣਗੀਆਂ ਤਾਂ ਬਹੁਤ ਈਜ਼ੀਲੀ ਆਪਣੀ ਕੰਪਨੀ ਨੂੰ ਕੀ ਦੇ ਪਾਏਗਾ? ਇਫੈਕਟਿਵ ਵਰਡ ਪੜਿਆ ਸੀ ਨਾ ਆਪਾਂ, ਐਫੀਸ਼ੀਐਂਟ ਵਰਡ ਪੜਿਆ ਸੀ ਨਾ ਅਸੀਂ, ਪ੍ਰੋਡਕਟਿਵ ਵਰਡ ਪੜਿਆ ਸੀ ਨਾ ਅਸੀਂ। ਹੁਣ ਜਿਹੜੀ ਐਫੀਸ਼ੀਐਂਸੀ ਬਣਾਉਣਾ, ਇਫੈਕਟਿਵਨੈਸ ਬਣਾਉਣਾ, ਪ੍ਰੋਡਕਟਿਵਿਟੀ ਵਧਾਉਣਾ, ਇਹ ਕਿਸ ਤਰ੍ਹਾਂ ਆਏਗਾ? ਇਹ ਚੰਗੇ ਮੈਨੇਜਰ ਤੋਂ ਆਏਗਾ ਜਿਹੜਾ ਕਿ ਓਵਰਸੀ ਕਰ ਰਿਹਾ ਹੋਏਗਾ, ਕੋਆਰਡੀਨੇਟ ਕਰ ਰਿਹਾ ਹੋਏਗਾ, ਉਹਦੇ ਅੰਦਰ ਲੀਡਰਸ਼ਿਪ ਸਕਿੱਲਸ ਹੋਣਗੀਆਂ, ਐਕਸਪੀਰੀਅੰਸ ਉਹਦਾ ਵਧੀਆ ਹੋਏਗਾ, ਉਹਨੇ ਕੰਮ ਪਹਿਲਾਂ ਉਹ ਕੀਤੇ ਹੋਣਗੇ ਸਾਰੇ ਆਪਣੇ ਹੱਥੀਂ, ਟੈਕਨੀਕਲੀ ਉਹ ਸਾਊਂਡ ਹੋਏਗਾ ਤੇ ਹਰ ਡਿਟੇਲ ਤੇ ਉਹ ਧਿਆਨ ਦਿੰਦਾ ਹੋਏਗਾ। ਛੋਟੀ ਤੋਂ ਛੋਟੀ ਜਾਣਕਾਰੀ ਉਹਦੇ ਦਿਮਾਗ 'ਚ ਪਹਿਲਾਂ
ਫਿਲਟਰ ਹੁੰਦੀ ਹੋਏਗੀ, ਰਿਫਾਈਨ ਹੁੰਦੀ ਹੋਏਗੀ, ਉਹਦੇ ਬਾਰੇ ਉਹ ਸੋਚਦਾ ਹੋਏਗਾ ਤੇ ਫਿਰ ਹੀ ਉਹ ਚੰਗਾ ਮੈਨੇਜਰ ਬਣ ਸਕਦਾ ਹੈਗਾ। ਇਹ ਸਾਰੇ ਗੁਣ ਹੈਗੇ ਸੀ ਚੰਗੇ ਮੈਨੇਜਰ ਦੇ। ਉਸ ਤੋਂ ਬਾਅਦ ਆਪਾਂ ਦਾ ਸਟੇਟਸ ਆਫ ਆਫਿਸ ਮੈਨੇਜਰ ਡਿਸਕ੍ਰਾਈਬਡ ਹੈ। ਉਹ ਕਿਸ ਤਰ੍ਹਾਂ ਕਰਾਂਗੇ? ਉਹ ਪਬਲਿਕ ਰਿਲੇਸ਼ਨ ਬਹੁਤ ਜ਼ਿਆਦਾ ਚੱਲ ਰਿਹਾ ਹੋਏਗਾ। ਉਹਦੇ ਵਿੱਚ ਇਹ ਮੰਨ ਕੇ ਚੱਲ ਰਹੀ ਹੈ ਕਿ ਜਿੱਥੇ ਵੀ ਆਫਿਸ ਹੈਗਾ ਆ ਉੱਥੇ ਪਬਲਿਕ ਰਿਲੇਸ਼ਨ ਤੇ ਹੋਣਾ ਹੈ ਨਾ। ਉਹ ਕਰਮਚਾਰੀ ਨੂੰ ਕਿਸ ਤਰ੍ਹਾਂ ਆਪਾਂ ਨਿਯੰਤਰਣ ਚ ਕਰਨਾ ਹੈਗਾ, ਕਿਸ ਤਰ੍ਹਾਂ ਉਹਨੂੰ ਕੰਮ ਸਮਝਾਉਣਾ ਹੈਗਾ ਆ, ਇਹ ਵੀ ਇੱਕ ਚੰਗੇ ਮੈਨੇਜਰ ਦਾ ਸਟੇਟਸ ਦਿਖਾਉਂਦਾ ਹੈਗਾ ਆ। ਫਿਰ ਜਿਹੜੀਆਂ ਨੀਤੀਆਂ ਨੇ, ਹਰ ਇੱਕ ਕੰਪਨੀ, ਹਰ ਇੱਕ ਫਰਮ, ਹਰ ਇੱਕ ਸੰਗਠਨ ਕਿਸੇ ਪਾਲਿਸੀ ਨਾਲ ਚੱਲ ਰਿਹਾ ਹੁੰਦਾ, ਉਹਨਾਂ ਨੂੰ ਲਾਗੂ ਕੌਣ ਕਰਾ ਰਿਹਾ ਹੋਏਗਾ? ਉਹ ਕਿਹੜਾ ਵਿਅਕਤੀ ਆ, ਕਿਹੜਾ EMPLOYE ਆ ਜਿਹੜਾ ਉਹਨਾਂ ਨੂੰ ਲਾਗੂ ਕਰਾ ਰਿਹਾ ਹੋਗਾ? ਇੰਪਲੀਮੈਂਟੇਸ਼ਨ ਆਫ ਪਾਲਿਸੀ ਕੌਣ ਕਰ ਰਿਹਾ ਹੋਏਗਾ? ਮੈਨੇਜਰ। ਇਹ ਮੈਨੇਜਰ ਦਾ ਕੰਮ ਹੈਗਾ ਆ ਕਿ ਉਹ ਇੱਕ ਕਰ ਰਿਹਾ ਹੋਏਗਾ। ਜਿਹੜਾ ਮੈਨੇਜਰ ਆ, ਕਿਉਂਕਿ ਉਹ ਟੀਮ ਦਾ ਲੀਡਰ ਹੈ ਨਾ, ਉਹ 'ਚ ਲੀਡਰਸ਼ਿਪ ਸਕਿੱਲਸ ਹੈਗੀਆਂ ਨੇ ਨਾ, ਉਹ ਪੂਰੀ ਟੀਮ ਨੂੰ ਨਾਲ ਲੈ ਕੇ ਚੱਲ ਰਿਹਾ ਨਾ, ਤੇ ਉਹਨਾਂ ਦੇ ਮਨੋਬਲ ਨੂੰ ਕੌਣ ਪ੍ਰਭਾਵਿਤ ਕਰ ਰਿਹਾ ਹੋਊਗਾ, ਕੌਣ ਅਫੈਕਟ ਕਰ ਰਿਹਾ ਹੋਊਗਾ? ਉਹ ਮੈਨੇਜਰ ਹੈਗਾ। ਉਹ ਮੈਨੇਜਰ ਹੀ ਕਰ ਰਿਹਾ ਹੋਊਗਾ। ਟ੍ਰੇਨਿੰਗ ਐਂਡ ਰਿਕਰੂਟਮੈਂਟ, ਇਹ ਵੀ ਉਹਦੇ ਕੰਮ 'ਚ ਆਉਂਦਾ ਹੈਗਾ। ਇਹ ਵੀ ਉਹਨੇ ਵੇਖਣਾ ਹੈਗਾ ਆ ਕਿ ਜਿਹੜੇ ਨਵੇਂ ਕਰਮਚਾਰੀ ਆਏ ਆ ਉਹਨਾਂ ਦੀ ਟ੍ਰੇਨਿੰਗ ਹੋ ਸਕੇ, ਜਿਹੜੇ ਪੁਰਾਣੇ ਕਰਮਚਾਰੀ ਆ ਉਹਨਾਂ ਦੀ ਟ੍ਰੇਨਿੰਗ ਹੋ ਸਕੇ, ਨਵੇਂ ਕਰਮਚਾਰੀਆਂ ਦੀ ਲੋੜ ਹੈਗੀ ਆ ਤੇ ਰਿਕਰੂਟ ਹੋ ਸਕੇ। ਇਹ ਸਾਰੇ ਕੰਮ ਵੀ ਉਹਦੀ ਨਿਗਾਹ ਅੰਦਰ ਗੁਜ਼ਰ ਰਹੇ ਹੋਣਗੇ, ਉਹ ਇਹਨਾਂ ਵੱਲ ਵੇਖ ਰਿਹਾ ਹੋਏਗਾ। ਤੇ ਮੈਨ ਇਨ ਮਿਡਲ ਹੋਏਗਾ। ਬੱਚਿਓ ਤੁਸੀਂ ਸੋਚ ਸਕਦੇ ਮੈਨ ਇਨ ਮਿਡਲ ਦਾ ਕੀ ਮਤਲਬ ਹੈ? ਕਿਉਂਕਿ ਟੌਪ ਮੈਨੇਜਮੈਂਟ ਆ, EMPLOYE ਹੈਗੇ, ਸ਼ੇਅਰ ਹੋਲਡਰ ਹੈਗੇ ਨੇ, ਉਸ ਤੋਂ ਬਾਅਦ ਸਾਡੇ ਕਸਟਮਰ ਹੈਗੇ ਨੇ। ਇਹਨਾਂ ਦੇ ਵਿਚਕਾਰ ਕੌਣ ਹੈ? ਵਿਚਕਾਰ ਕੌਣ ਹੈਗਾ? ਉਹ ਮੈਨੇਜਰ ਹੈਗਾ। ਉਹ ਇਹਨਾਂ ਨੂੰ ਸਾਰਿਆਂ ਨੂੰ ਮੈਨੇਜ ਕਰ ਰਿਹਾ ਹੈਗਾ। ਉਹ ਟੌਪ ਮੈਨੇਜਮੈਂਟ ਦੀਆਂ ਗੱਲਾਂ ਲਾਸਟ EMPLOYE ਤੱਕ ਪਹੁੰਚਾ ਰਿਹਾ ਹੈਗਾ। ਉਹ ਸ਼ੇਅਰ ਹੋਲਡਰ ਦੀ ਇਸ਼ੂਜ਼ ਕਸਟਮਰ ਤੱਕ ਪਹੁੰਚਾ ਰਿਹਾ ਹੈਗਾ। ਕਸਟਮਰ ਦੇ ਇਸ਼ੂ ਮੈਨੇਜਮੈਂਟ ਤੱਕ ਪਹੁੰਚਾ ਰਿਹਾ ਹੈਗਾ। ਕਸਟਮਰ ਦੇ ਇਸ਼ੂ EMPLOYEਜ਼ ਤੱਕ ਪਹੁੰਚਾ ਰਿਹਾ ਹੈਗਾ। ਉਹ ਮੈਨ ਇਨ ਮਿਡਲ ਹੈਗਾ। ਉਹ ਸਾਰਿਆਂ ਦੇ ਵਿਚਕਾਰ ਸੈਂਟਰ ਵਿੱਚ ਖਲੋਤਾ ਹੋਇਆ ਹੈ, ਜਿੰਨਾ ਤੱਕ ਸਾਰੀਆਂ ਮੁਸ਼ਕਲਾਂ ਆ ਰਹੀਆਂ ਨੇ ਤੇ ਉਹਨਾਂ ਦੇ ਉਹ ਹੱਲ ਲੱਭ ਰਿਹਾ ਹੈਗਾ। ਅਸੀਂ ਆਫਿਸ ਮੈਨੇਜਮੈਂਟ ਵਿੱਚ ਵਰਡ ਪੜ੍ਹਦੇ ਹਾਂ ਨਾ, ਪ੍ਰੋਬਲਮ ਸੋਲਵਿੰਗ ਸਕਿੱਲ, ਇਹ ਵੀ ਤੇ ਮੈਨੇਜਰ ਦਾ ਹਿੱਸਾ ਸੀ ਨਾ। ਕਿਉਂ ਸੀ? ਕਿਉਂਕਿ ਮੈਨ ਇਨ ਮਿਡਲ ਹੈਗਾ ਹੈ। ਉਹਨੇ ਇਹ ਸਾਰੇ ਕੰਮ ਵੇਖਣੇ ਨੇ ਤੇ ਉਹ ਅਗਰ ਵੇਖ ਰਿਹਾ ਹੋਏਗਾ, ਕਿਸ ਤਰ੍ਹਾਂ ਵੇਖ ਰਿਹਾ ਹੋਏਗਾ? ਜੇ ਉਹਦੇ ਕੋਲ ਆ ਗੁਣ ਹੋਣਗੇ ਲੀਡਰਸ਼ਿਪ ਕੁਆਲਿਟੀ ਦੇ, ਆਰਗੇਨਾਈਜੇਸ਼ਨ ਸਕਿੱਲ ਦੇ, ਟੈਕਨੀਕਲੀ ਉਹ ਸਾਊਂਡ ਹੋਏਗਾ, ਅਗਰ ਉਹ ਪ੍ਰੋਬਲਮ ਸੋਲਵਿੰਗ ਸਕਿੱਲਸ ਰੱਖਦਾ ਹੋਏਗਾ ਤਾਂ ਮੈਨ ਇਨ ਮਿਡਲ ਦਾ ਰੋਲ ਅਦਾ ਕਰ ਸਕਦਾ ਹੈਗਾ। ਟ੍ਰੇਨਿੰਗ ਰਿਕਰੂਟਮੈਂਟ ਕਰਾ ਰਿਹਾ ਹੋਏਗਾ, ਉਹ ਬਾਕੀਆਂ ਦਾ ਮਨੋਬਲ ਵਧਾ ਰਿਹਾ ਹੋਏਗਾ, ਉਹ ਪਾਲਿਸੀ ਨੂੰ ਲਾਗੂ ਕਰਾ ਰਿਹਾ ਹੋਏਗਾ, ਉਹ ਲੋਕ ਸੰਪਰਕ ਕਰਮਚਾਰੀ ਨੂੰ ਕੰਮ ਸਮਝਾ ਰਿਹਾ ਹੋਏਗਾ, ਉਹ ਤੋਂ ਕੰਮ ਲੈ ਰਿਹਾ ਹੋਏਗਾ, ਉਹ ਖੁਦ ਵੀ ਐਜ਼ ਏ ਪਬਲਿਕ ਰਿਲੇਸ਼ਨ ਪਰਸਨਲ ਕੰਮ ਕਰ ਰਿਹਾ ਹੋਏਗਾ, ਜੋ ਡਾਇਰੈਕਟਲੀ ਰਿਪਰੈਜ਼ੈਂਟ ਕਰ ਰਿਹਾ ਹੁੰਦਾ ਆਪਣੀ ਕੰਪਨੀ ਨੂੰ, ਆਪਣੇ ਫਰਮ ਨੂੰ, ਆਪਣੇ ਸੰਗਠਨ ਨੂੰ। ਤੇ ਇਹ ਉਹਦੇ ਸਟੇਟਸ ਵਿੱਚ ਆਉਂਦਾ ਹੈਗਾ। ਇਹਨਾਂ ਨੂੰ 5 ਪੁਆਇੰਟਸ ਦੇ ਰੂਪ 'ਚ ਯਾਦ ਰੱਖਣਾ ਹੈਗਾ ਆ। ਤੇ ਇਹ ਵੀ ਮੰਨ ਕੇ ਚੱਲਣਾ ਕਿ ਇਹ ਸਮਝ ਲਓ ਉਹਨਾਂ ਦੇ ਕੰਮ ਹੈਗੇ ਨੇ, ਇਹ ਉਹਨੇ ਕਰ ਰਿਹਾ ਹੋਣਾ ਹੈ ਜਦੋਂ ਉਹ ਆਫਿਸ ਵਿੱਚ ਬੈਠਾ ਹੋਏਗਾ। ਇਹ ਉਹਦਾ ਇੱਕ ਬੇਸਿਕ ਕੰਮਾਂ ਵਿੱਚੋਂ ਆਏਗਾ। ਹੁਣ ਜਦੋਂ ਅਸੀਂ ਆਫਿਸ ਮੈਨੇਜਮੈਂਟ ਦੇ ਫੰਕਸ਼ਨਸ ਪੜ੍ਹ ਰਹੇ ਸੀ ਨਾ, ਉਹ ਲੈ ਦੇ ਕੇ ਕੀ ਹੈਗੇ ਸੀ ਪਿਆਰੇ ਬੱਚਿਓ? ਜਰਾ ਧਿਆਨ ਨਾਲ ਫਿਰ ਤੋਂ ਯਾਦ ਕਰੋ, ਉਹ ਸਾਰੇ ਕੰਮ ਕੀ ਸੀ? ਉਹ ਅਸਲ 'ਚ ਮੈਨੇਜਰ ਦੇ ਕੰਮ ਸੀ। ਆਫਿਸ ਮੈਨੇਜਮੈਂਟ ਪੂਰੀ ਤਰ੍ਹਾਂ ਡਿਪੈਂਡ ਕੀਤੇ ਆ, ਉਹ ਕਿਹੜਾ ਇੱਕ EMPLOYE ਆ, ਵਿਅਕਤੀ ਆ, ਪਰਸਨ ਆ, ਜਿੱਤੇ ਪੂਰੀ ਤਰ੍ਹਾਂ ਉਹ ਦਾਮੋਦਰ ਆਇਆ ਹੋਇਆ ਹੈ, ਉਹਦੇ ਉੱਤੇ ਉਹ ਭਾਰ ਹੈਗਾ ਹੈ ਕਿ ਉਹਨੇ ਚੁੱਕਣਾ ਸੀ। ਉਹ ਕੌਣ ਹੈ? ਉਹ ਹੈਗਾ ਆਫਿਸ। ਆਫਿਸ ਮੈਨੇਜਰ ਦੇ ਉਹੀ ਆਲਮੋਸਟ ਫੰਕਸ਼ਨ ਆ ਜਿਹੜੇ ਆਫਿਸ ਮੈਨੇਜਮੈਂਟ ਦੇ ਫੰਕਸ਼ਨਸ ਆ। ਕਿਉਂ? ਕਾਰਨ ਕੀ ਹੈ? The function of an office manager are vital for ensuring the smooth running of an organization. ਉਹਦੇ ਚ ਕੀ ਕਰ ਰਿਹਾ ਹੋਏਗਾ? ਉਹ ਕਿਹੜੀ ਚੀਜ਼ਾਂ ਉਹਦੇ ਸਾਹਮਣੇ ਆ ਰਹੀਆਂ ਹੋਣ? ਐਡਮਿਨਿਸਟ੍ਰੇਸ਼ਨ, ਪ੍ਰਸ਼ਾਸਨ ਦਾ ਸਾਰਾ ਕੰਮ ਜਿਹੜਾ ਹੈਗਾ ਆ ਆਫਿਸ ਮੈਨੇਜਮੈਂਟ ਦੇ ਹੱਥ ਤੋਂ ਗੁਜ਼ਰ ਰਿਹਾ ਹੋਏਗਾ। ਪਰਸਨਲ ਮੈਨੇਜਮੈਂਟ, ਕਰਮਚਾਰੀਆਂ ਦੇ ਜੋ ਵੀ ਮੁਸ਼ਕਲਾਂ ਆ ਰਹੀਆਂ ਹੈਗੀਆਂ ਨੇ, HRM ਦੇ ਜਿੰਨੇ ਵੀ ਕੰਮ ਹੈਗੇ ਨੇ, ਉਹ ਸਾਰੇ ਦੇ ਸਾਰੇ ਵੀ ਮੈਨੇਜਰ ਦੇ ਹੱਥ ਤੋਂ ਗੁਜ਼ਰ ਰਹੇ ਹੋਣ। ਰਿਕਾਰਡ ਮੈਨੇਜਮੈਂਟ, ਆਫਿਸ ਵਿੱਚ ਵੇਖੋ ਬਿਨਾਂ ਰਿਕਾਰਡ ਦੇ ਤਾਂ ਆਫਿਸ ਨਹੀਂ ਚੱਲ ਸਕਦਾ। ਜਦੋਂ ਦੀ ਕੰਪਨੀ ਚੱਲ ਰਹੀ ਹੈ ਉਦੋਂ ਦਾ ਰਿਕਾਰਡ ਸਾਨੂੰ ਚਾਹੀਦਾ ਹੁੰਦਾ। ਅਸੀਂ ਕਸਟਮਰ ਕੀ ਚਾਹੁੰਦੇ ਨੇ, ਸਾਡੇ ਸ਼ੇਅਰ ਹੋਲਡਰਸ ਕੀ ਚਾਹੁੰਦੇ ਹੈਗੇ ਨੇ, ਗਵਰਨਮੈਂਟ ਦੇ ਕੀ ਰੂਲ ਐਂਡ ਰੈਗੂਲੇਸ਼ਨ ਹੈ, ਇਹਨਾਂ ਨੂੰ ਕਿਤੇ ਤੇ ਰਿਕਾਰਡ ਕੀਤਾ ਗਿਆ ਹੋਏਗਾ ਨਾ। ਤੇ ਉਹਦੀ ਮੈਨੇਜਮੈਂਟ ਦਾ ਕੰਮ ਵੀ ਮੈਨੇਜਰ ਸੰਭਾਲ ਰਿਹਾ ਹੋਏਗਾ, ਇਹ ਉਹਦੇ ਫੰਕਸ਼ਨ 'ਚ ਆਉਂਦਾ ਹੈਗਾ। ਆਫਿਸ ਸਪਲਾਈ ਮੈਨੇਜਮੈਂਟ, ਕੋਈ ਵੀ ਆਫਿਸ ਕੁਝ ਬੇਸਿਕ ਸਪਲਾਈ ਤੋਂ ਬਿਨਾਂ ਨਹੀਂ ਚੱਲ ਸਕਦਾ।
ਉਹਦੇ ਉੱਤੇ ਕੌਣ ਧਿਆਨ ਰੱਖ ਰਿਹਾ ਹੋਏਗਾ ਕਿ ਉਹ ਲੋੜੀਂਦਾ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਫਿਸ ਵਿੱਚ ਹੈਗੀਆਂ ਕਿ ਨਹੀਂ ਹੈਗੀਆਂ, ਇਹ ਉਹਦੇ ਫੰਕਸ਼ਨਸ ਵਿੱਚ ਆਉਂਦਾ ਹੈਗਾ ਆ, ਇਹ ਉਹਦੇ ਕੀਤੇ ਵਿੱਚ ਆਉਂਦਾ ਕਿ ਇਹ ਕੰਮ ਉਹਨੇ ਕਰਨੇ ਹੈਗੇ ਨੇ, ਕਿ ਉਹ ਆਫਿਸ ਸਪਲਾਈ ਦਾ ਮੈਨੇਜਮੈਂਟ ਕਰ ਰਿਹਾ ਹੋਏਗਾ, ਉਹਨਾਂ ਤੇ ਧਿਆਨ ਦੇ ਰਿਹਾ ਹੋਏਗਾ, ਉਸ ਚੀਜ਼ ਨੂੰ ਚੈੱਕ ਕਰ ਰਿਹਾ ਹੋਏਗਾ। ਉਸ ਤੋਂ ਬਾਅਦ ਆਫਿਸ ਮੇਨਟੇਨੈਂਸ, ਉਹਦਾ ਰੱਖ ਰਖਾਵ, ਉਹ ਕਿੰਨੀ ਜਗ੍ਹਾ ਹੈਗੀ ਆ, ਕਿੰਨਾ ਫਰਨੀਚਰ ਉਹ ਚਾਹੇਗਾ, ਕਿਹੜੀ ਤੁਹਾਨੂੰ ਰਿਕੁਆਇਰਮੈਂਟ ਹੈਗੀ ਆ ਡਿਵਾਈਸਸ ਦੀ, ਉਹ ਸਭ ਕੌਣ ਦੇਖ ਰਿਹਾ ਹੋਏਗਾ, ਉਹਨਾਂ ਦੀ ਮੇਨਟੇਨੈਂਸ ਤੱਕ ਕੌਣ ਦੇਖ ਰਿਹਾ ਹੋਏਗਾ, ਉਹ ਆਫਿਸ ਮੈਨੇਜਰ ਦੇ ਹੱਥੋਂ ਹੀ ਇਹ ਸਾਰਾ ਕੰਮ ਗੁਜ਼ਰਦਾ ਹੈਗਾ। ਜ਼ਰੂਰੀ ਨਹੀਂ ਹੈ ਪਿਆਰੇ ਬੱਚਿਓ ਕਿ ਉਹ ਹਰ ਕੰਮ ਖੁਦ ਕਰ ਰਿਹਾ ਹੈ, ਡੈਲੀਗੇਸ਼ਨ ਆਫ ਵਰਕ ਵੀ ਬਹੁਤ ਵੱਡੀ ਇੱਕ ਚੀਜ਼ ਹੁੰਦੀ ਆ, ਮਗਰ ਉਹਨੂੰ ਪਤਾ ਤੇ ਉਹਨੂੰ ਹੋਏਗਾ ਨਾ, ਉਹਨੂੰ ਇਹ ਪਤਾ ਹੋਏਗਾ ਕਿ ਇਹ ਕੰਮ ਮੈਂ ਕਿਹਦੇ ਕੋਲ ਕਰਾਉਣਾ, ਕਿਹੜਾ ਪਰਸਨ ਹੈਗਾ ਜਿਹਦੇ ਕੋਲ ਮੈਂ ਇਹ ਕੰਮ ਕਰਾਉਣ ਜਾ ਰਿਹਾ ਹੈਗਾ ਆ, ਇਸ ਕਰਕੇ ਉਸ ਚੀਜ਼ ਤੇ ਧਿਆਨ ਦੇ ਰਿਹਾ ਹੋਏਗਾ ਕਿ ਉਹਨੂੰ ਪਤਾ ਹੋਏਗਾ ਕਿ ਮੈਂ ਇਹ ਕੰਮ ਆਫਿਸ ਮੇਨਟੇਨੈਂਸ ਦੇ ਕਰਾਉਣੇ ਕਿਸ ਤਰ੍ਹਾਂ ਹੈਗੇ। ਆਫਿਸ ਦਾ ਕਮਿਊਨੀਕੇਸ਼ਨ, ਇਹ ਵੀ ਆਪਾਂ ਡਿਸਕਸ ਕੀਤਾ ਸੀ ਨਾ, ਕਮਿਊਨੀਕੇਸ਼ਨ ਇੱਕ ਬਹੁਤ ਵੱਡੀ ਸਕਿੱਲ ਹੈਗੀ ਹੈ, ਆਫਿਸ ਮੈਨੇਜਮੈਂਟ ਸਾਰਾ ਕਮਿਊਨੀਕੇਸ਼ਨ ਸਕਿੱਲ ਤੇ ਹੀ ਚੱਲਦਾ ਹੈਗਾ। ਆਪਾਂ ਪਹਿਲਾਂ ਡਿਸਕਸ ਕੀਤਾ ਹੈ ਨਾ, ਉਹ ਮੈਨ ਇਨ ਮਿਡਲ ਹੈਗਾ, ਪਰ ਜਦੋਂ ਮੈਨ ਇਨ ਮਿਡਲ ਹੈਗਾ ਆ ਕਿ ਉਹ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਹੈਗਾ, ਤਾਲਮੇਲ ਨਹੀਂ ਬਿਠਾ ਰਿਹਾ ਹੈਗਾ, ਉਹ ਇੱਧਰ ਦੀ ਗੱਲ ਉੱਧਰ ਨਹੀਂ ਪਹੁੰਚਾ ਰਿਹਾ ਹੈਗਾ, ਉਹ ਮੁਸ਼ਕਲਾਂ ਨਹੀਂ ਸੋਲਵ ਕਰ ਰਿਹਾ ਹੈਗਾ, ਕਿਸ ਤਰ੍ਹਾਂ ਕਰ ਰਿਹਾ, ਕਮਿਊਨੀਕੇਟ, ਉਹਦੀ ਕਮਿਊਨੀਕੇਸ਼ਨ ਸਕਿੱਲ ਬਹੁਤ ਵਧੀਆ ਹੋਏਗੀ, ਕਿਉਂਕਿ ਉਹਦੇ ਫੰਕਸ਼ਨ ਚ ਆਉਂਦਾ ਹੈਗਾ, ਇੱਕ ਬੇਸਿਕ ਫੰਕਸ਼ਨ ਹੈ ਉਹਦਾ ਕਿ ਆਫਿਸ ਕਮਿਊਨੀਕੇਸ਼ਨ ਜਿਹੜੀ ਹੈਗੀ ਆ ਉਹ ਉਹਦੇ ਹੱਥੋਂ ਗੁਜ਼ਰਦੀ ਹੈਗੀ ਆ, ਉਹਨੂੰ ਹਰ ਗੱਲ ਦਾ, ਤਾਂ ਹੀ ਤਾਂ ਕਹਿੰਦੇ ਨਾ ਕਿ ਉਹਨੂੰ ਹਰ ਡਿਟੇਲ ਦਾ ਪਤਾ ਹੁੰਦਾ, ਕਿਉਂਕਿ ਉਹਨੇ ਹਰ ਚੀਜ਼ ਸੁਣੀ ਆ ਤੇ ਉਹਦਾ ਸਮਾਧਾਨ ਸੋਚ ਰਿਹਾ ਹੈਗਾ। ਪਲੈਨਿੰਗ ਐਂਡ ਕੋਆਰਡੀਨੇਸ਼ਨ, ਉਹ ਪਲੈਨਿੰਗ ਕਰ ਰਿਹਾ ਹੋਏਗਾ ਤੇ ਕੋਆਰਡੀਨੇਸ਼ਨ ਤਾਲਮੇਲ ਕਰ ਰਿਹਾ ਹੋਏਗਾ, ਜਿਹੜੀ ਵੀ ਆਫਿਸ ਮੈਨੇਜਮੈਂਟ 'ਚ ਚੀਜ਼ਾਂ ਚੱਲ ਰਹੀਆਂ ਹੈਗੀਆਂ ਨੇ, ਸਾਰੀ ਪਲੈਨਿੰਗ ਕਿਹਦੇ ਹੱਥੋਂ ਗੁਜ਼ਰ ਰਹੀ ਹੈਗੀ ਆ, ਉਹ ਆਫਿਸ ਮੈਨੇਜਰ ਦੇ ਹੱਥੋਂ ਗੁਜ਼ਰ ਰਹੀ ਹੈਗੀ, ਉਸ ਚੀਜ਼ ਤੇ ਧਿਆਨ ਦੇ ਰਿਹਾ ਹੁੰਦਾ ਆ ਕਿ ਕਿਸ ਤਰ੍ਹਾਂ ਇਹ ਕੰਮ ਹੋ ਸਕਦਾ ਹੈਗਾ। ਤੇ ਲਾਸਟ ਬਟ ਨਾਟ ਲੀਸਟ, ਕਸਟਮਰ ਸਰਵਿਸ। ਦੇਖੋ, ਗ੍ਰਾਹਕ ਸੇਵਾ ਬਹੁਤ ਵੱਡਾ ਕਨਸੈਪਟ ਹੈਗਾ, ਬਹੁਤ ਸਾਰੀਆਂ ਕੰਪਨੀਆਂ, ਬਹੁਤ ਸਾਰੀਆਂ ਫਰਮ, ਬਹੁਤ ਸਾਰੇ ਬਿਜ਼ਨਸ ਸਿਰਫ ਇਸ ਕਰਕੇ ਫੇਲ ਹੋ ਜਾਂਦੇ ਨੇ ਕਿ ਉਹ ਕਸਟਮਰ ਸਰਵਿਸ ਨਹੀਂ ਦੇ ਪਾ ਰਹੇ ਹੁੰਦੇ। ਪ੍ਰੋਡਕਟ ਵੇਚਣਾ, ਗੁੱਡਸ ਵੇਚਣਾ ਕੋਈ ਵੱਡੀ ਗੱਲ ਨਹੀਂ ਹੈਗੀ, ਸਰਵਿਸ ਵੇਚ ਦੇਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ, ਵੱਡੀ ਗੱਲ ਹੈਗੀ ਆ ਲਾਸਟ ਐਂਡ ਵਿੱਚ ਕਸਟਮਰ ਸਰਵਿਸ ਦੇ, ਤਾਂ ਕਿ ਸਾਨੂੰ ਕਸਟਮਰ ਸੈਟੀਸਫੈਕਸ਼ਨ ਮਿਲ ਸਕੇ। ਉਹਦਾ ਦਮਦਾਰ ਕਿੱਥੇ ਹੈਗਾ ਆ, ਉਹ ਭਾਰ ਕੌਣ ਚੁੱਕ ਰਿਹਾ ਹੈਗਾ, ਉਹ ਕਸਟਮਰ ਸਰਵਿਸ ਦਾ ਭਾਰ ਵੀ ਆਫਿਸ ਮੈਨੇਜਰ ਉਠਾ ਰਿਹਾ ਹੈ। ਇਹ ਉਹਦੇ ਫੰਕਸ਼ਨ ਚ ਆਉਂਦਾ ਹੈਗਾ, ਇਹ ਉਹਦੇ ਕੰਮਾਂ ਚ ਆਉਂਦਾ ਹੈਗਾ ਕਿ ਬਈ ਤੂੰ ਆ ਵੀ ਕੰਮ ਕਰਨਾ ਹੈਗਾ, ਇਹਦਾ ਵੀ ਤੁਸੀਂ ਧਿਆਨ ਰੱਖਣਾ ਹੈਗਾ। ਹੁਣ ਅਸੀਂ 8 ਪੁਆਇੰਟਸ ਵੇਖੇ, ਇਹਦੇ ਫੰਕਸ਼ਨਸ ਕੀ ਆਇਆ, ਇੱਕ ਆਲਮੋਸਟ ਰਿਪੀਟ ਨੇ ਆਫਿਸ ਮੈਨੇਜਮੈਂਟ ਦੇ ਫੰਕਸ਼ਨਸ ਨਾਲ, ਜੋ ਆਫਿਸ ਦੇ ਮੈਨੇਜਮੈਂਟ ਦੇ ਫੰਕਸ਼ਨਸ ਹੈਗੇ ਨੇ ਉਹੋ ਹੀ ਸਾਡੇ ਮੈਨੇਜਰ ਦੇ ਫੰਕਸ਼ਨਸ, ਉਹ ਕੀ ਹੈਗੇ, ਪ੍ਰਸ਼ਾਸਨ, ਕਰਮਚਾਰੀ ਪ੍ਰਬੰਧਨ, ਰਿਕਾਰਡ ਪ੍ਰਬੰਧਨ, ਦਫ਼ਤਰ ਸਪਲਾਈ ਪ੍ਰਬੰਧਨ, ਦਫ਼ਤਰ ਦਾ ਰੱਖ ਰਖਾਵ, ਦਫ਼ਤਰ ਸੰਚਾਰ, ਯੋਜਨਾਬੰਦੀ ਅਤੇ ਤਾਲਮੇਲ ਤੇ ਗ੍ਰਾਹਕ ਸੇਵਾ। ਇਹ 8 ਪੁਆਇੰਟ ਜਿਹੜੇ ਹੈਗੇ ਨੇ, ਇਹਨਾਂ ਨੂੰ ਆਪਾਂ ਧਿਆਨ ਨਾਲ ਸਮਝਣਾ ਹੈਗਾ ਆ, ਤੇ ਅਸੀਂ ਮੰਨ ਕੇ ਚੱਲਣਾ ਹੈ ਕਿ ਜੇ ਮੈਂ ਮੈਨੇਜਰ ਲੱਗਦਾ ਕਿਸੇ ਕੰਪਨੀ 'ਚ ਤੇ ਇਹ ਪਾਰਟਿਕੂਲਰਲੀ ਕੰਮ ਮੈਂ ਕਰ ਰਿਹਾ ਹੋਵਾਂਗਾ, ਇਹਨਾਂ ਕੰਮਾਂ ਉੱਤੇ ਮੈਂ ਧਿਆਨ ਦੇ ਰਿਹਾ ਹੋਵਾਂਗਾ, ਇਹ ਮੇਰੇ ਬੇਸਿਕ ਫੰਕਸ਼ਨ 'ਚ ਆਉਂਦੇ ਨੇ। ਮੇਰੀ ਕੁਆਲੀਫਿਕੇਸ਼ਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਇਹ 8 ਪੁਆਇੰਟਸ ਨੂੰ ਟੈਕਲ ਕਰਦੇ ਹੋਏ, ਮੇਰਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਇਹਨਾਂ 8 ਪੁਆਇੰਟਸ ਨੂੰ ਟੈਕਲ ਕਰਦਾ ਹੋਇਆ। ਤੇ ਇਹ ਅਗਰ 8 ਪੁਆਇੰਟ ਆਪਾਂ ਐਗਜ਼ਾਮ 'ਚ ਲਿਖਦੇ ਹਾਂ ਤਾਂ ਸਾਡੇ ਕੁਐਸਚਨ ਦਾ ਆਨਸਰ ਵੀ ਬਣੇਗਾ। ਅਗਰ ਆਪਾਂ ਇਹਨੂੰ ਸਮਝ ਕੇ ਚੱਲਦੇ ਹਾਂ ਤਾਂ ਆਪਾਂ ਚੰਗੇ ਬਿਜ਼ਨਸਮੈਨ ਬਣ ਸਕਦੇ ਹਾਂ, ਚੰਗੇ ਮੈਨੇਜਰ ਬਣ ਸਕਦੇ ਹੈਗੇ ਹਾਂ। ਸਾਨੂੰ ਪਤਾ ਹੋਏਗਾ ਕਿ ਇੱਕ ਫੰਕਸ਼ਨ ਕੀ ਹੈਗਾ ਮੈਨੇਜਰ ਦਾ। ਐਜ਼ ਅ ਮੈਨੇਜਰ ਜਦੋਂ ਮੈਂ ਬੈਠਾ ਹੋਇਆ ਇੱਕ ਆਫਿਸ ਵਿੱਚ ਤੇ ਮੈਂ ਕੀ ਕਰ ਰਿਹਾ, ਜਸਟ ਬੈਠਾ ਹੋਇਆ ਜਾਂ ਮੈਂ ਐਡਮਿਨਿਸਟ੍ਰੇਸ਼ਨ ਵੇਖ ਰਿਹਾ, ਮੈਂ ਪਰਸਨਲ ਮੈਨੇਜਮੈਂਟ ਵੇਖ ਰਿਹਾ, ਮੈਂ ਸਾਰੇ ਰਿਕਾਰਡ ਮੈਨੇਜਮੈਂਟ ਕਰ ਰਿਹਾ, ਮੈਂ ਆਫਿਸ ਸਪਲਾਈਜ਼ ਮੈਨੇਜਮੈਂਟ ਨੂੰ ਦੇਖ ਰਿਹਾ ਹੋਵਾਂਗਾ, ਮੈਂ ਆਫਿਸ ਮੇਨਟੇਨੈਂਸ ਨੂੰ ਵੇਖ ਰਿਹਾ ਹੋਵਾਂਗਾ, ਮੈਂ ਆਫਿਸ ਵਿੱਚ ਕਮਿਊਨੀਕੇਸ਼ਨ ਨੂੰ ਸਥਾਪਿਤ ਕਰ ਰਿਹਾ ਹੋਵਾਂਗਾ, ਮੈਂ ਪਲੈਨਿੰਗ ਅਤੇ ਕੋਆਰਡੀਨੇਸ਼ਨ ਕਰ ਰਿਹਾ ਹੋਵਾਂਗਾ ਤੇ ਕਸਟਮਰ ਸਰਵਿਸ ਦੇ ਰਿਹਾ ਹੋਵਾਂਗਾ। ਇਹ ਸਾਰੇ ਕੰਮ ਮੇਰੇ ਹੈਗੇ ਨੇ ਐਜ਼ ਏ ਆਫਿਸ ਮੈਨੇਜਰ। ਹੁਣ ਬੱਚਿਓ, ਇਹੋ ਚੀਜ਼ ਨੂੰ ਅਗਰ ਆਪਾਂ ਇਸ ਤਰ੍ਹਾਂ ਸਮਝੀਏ ਕਿ ਚੰਗੀਆਂ ਕੁਆਲਿਟੀਆਂ ਕਿਹੜੀਆਂ ਨੇ, ਗੁੱਡ ਕੁਆਲਿਟੀਆਂ ਕਿਹੜੀਆਂ ਨੇ, ਕਿਉਂਕਿ ਚੰਗੀ ਕੰਪਨੀ, ਚੰਗੀ ਫਰਮ ਕਿਸ ਤਰ੍ਹਾਂ ਸਥਾਪਿਤ ਹੋਏਗੀ, ਚੰਗੇ ਮੈਨੇਜਰ ਨਾਲ। ਅਗਰ ਤੁਹਾਡੇ ਕੋਲ ਚੰਗੇ ਮੈਨੇਜਰ ਹੋਣਗੇ ਤੇ ਤੁਸੀਂ ਵੇਖੋਗੇ ਕਿ ਸਾਡੀ ਕੰਪਨੀ ਬਹੁਤ ਚੰਗੀ ਹੋ ਜਾਏਗੀ। ਦ ਕੁਆਲਿਟੀ ਆਫ ਗੁੱਡ ਆਫਿਸ ਮੈਨੇਜਰ ਪਲੇ ਅ ਕ੍ਰੂਸ਼ੀਅਲ ਰੋਲ ਇਨ ਇਨਸ਼ੋਰਿੰਗ ਦ ਸਮੂਥ ਫੰਕਸ਼ਨ ਆਫ ਐਨ ਆਰਗੇਨਾਈਜੇਸ਼ਨ। ਅਗਰ ਆਪਾਂ ਚਾਹੁੰਦੇ ਸਮੂਥ ਆਰਗੇਨਾਈਜੇਸ਼ਨ ਹੋਵੇ, ਉਹਦੀ ਫੰਕਸ਼ਨੈਲਿਟੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ, ਤੇ ਉਹਦੇ 'ਚ ਚੰਗੇ ਗੁਣ ਹੋਣੇ ਚਾਹੀਦੇ। ਉਹ ਕਿਹੜੇ ਨੇ ਆਪਾਂ ਤੁਹਾਨੂੰ ਡਿਸਕਸ ਕਰ ਚੁੱਕੇ ਹਾਂ ਨਾ, ਇਹਨਾਂ ਨੂੰ ਬਸ ਰਿਪੀਟ ਕਰਨਾ ਹੈਗਾ। ਉਹ ਕੀ ਆ, ਲੀਡਰਸ਼ਿਪ ਕੁਆਲਿਟੀ, ਕਮਿਊਨੀਕੇਸ਼ਨ ਸਕਿੱਲ, organization skill,
ਪ੍ਰੋਬਲਮ ਸੋਲਵਿੰਗ ਸਕਿੱਲ। ਕਿਉਂ ਪ੍ਰੋਬਲਮ ਸੋਲਵਿੰਗ ਸਕਿੱਲ ਬੱਚੇ? ਕਿਉਂਕਿ ਮੈਨ ਇਨ ਮਿਡਲ ਉਹ ਹੈਗਾ ਨਾ ਅਟੈਂਸ਼ਨ ਟੂ ਡਿਟੇਲ, ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹਾਂ ਨਾ, ਇਹ ਉਹਦੀ ਕੁਆਲੀਫਿਕੇਸ਼ਨ ਚ ਆ ਰਿਹਾ ਸੀ ਨਾ। ਅਡੈਪਟੇਬਿਲਿਟੀ, ਦੇਖੋ ਉਹਨੂੰ ਅਡੈਪਟੇਬਲ ਹੋਣਾ ਪਊਗਾ, ਲਗਾਤਾਰ ਚੇਂजेस ਹੋ ਰਹੇ ਬੱਚਿਓ। ਆਫਿਸ ਇਸ ਤਰ੍ਹਾਂ ਦਾ ਨਹੀਂ ਕਿ ਅੱਜ ਮੈਂ ਜੁਆਇਨ ਕੀਤਾ ਤੇ 20 ਸਾਲ ਤੱਕ ਮੈਂ ਉਹ ਇੱਕੋ ਕੰਮ ਕਰ ਰਿਹਾ ਹੈਗਾ, ਨਹੀਂ, ਉਹ ਲਗਾਤਾਰ ਚੇਂਜ ਹੋ ਰਹੇ ਨੇ। ਇੰਟਰਪਰਸਨਲ ਸਕਿੱਲ ਬਹੁਤ ਜ਼ਰੂਰੀ ਹੈ ਬੱਚੇ। ਕਿਸ ਤਰ੍ਹਾਂ ਅਸੀਂ ਗੱਲਬਾਤ ਕਰਨੀ ਹੈਗੀ ਆ, ਕਿਸ ਤਰ੍ਹਾਂ ਤਾਲਮੇਲ ਬਣਾਉਣਾ ਦੂਸਰੇ ਲੋਕਾਂ ਦੇ ਨਾਲ, ਕਿਸ ਤਰ੍ਹਾਂ ਉਹਨਾਂ ਦੀ ਗੱਲ ਨੂੰ ਸਮਝਣਾ ਹੈਗਾ, ਇਹ ਸਾਰੀਆਂ ਚੀਜ਼ਾਂ ਮਿਲਾ ਕੇ ਹੀ ਇੰਟਰਪਰਸਨਲ ਸਕਿੱਲ ਬਣਦੀ। ਤੇ ਟਾਈਮ ਮੈਨੇਜ, ਦੇਖੋ ਆਫਿਸ ਦਾ ਟਾਈਮ ਤੇ ਲਿਮਟਿਡ ਹੈਗਾ, ਉਸ ਲਿਮਿਟ ਟਾਈਮ ਵਿੱਚ ਅਗਰ ਅਸੀਂ ਸਾਰੇ ਕੰਮ ਕਰਨਾ ਚਾਹੁੰਦੇ ਹਾਂ ਤਾਂ ਕਿਸ ਤਰ੍ਹਾਂ ਹੋਣਗੇ? ਤੁਹਾਡੇ ਕੋਲ ਤੇ ਟਾਈਮ ਮੈਨੇਜਮੈਂਟ ਹੋਣੀ ਚਾਹੀਦੀ ਹੈ ਨਾ। ਇੱਕ ਚੰਗੇ ਮੈਨੇਜਰ ਕੋ ਅਗਰ ਟਾਈਮ ਮੈਨੇਜਮੈਂਟ ਨਹੀਂ ਆ, ਉਹ ਆਪਣਾ ਹੀ ਟਾਈਮ ਮੈਨੇਜ ਨਹੀਂ ਕਰ ਪਾਉਂਦਾ, ਤੇ ਤੁਸੀਂ ਮੰਨ ਕੇ ਚੱਲੋ ਚੰਗਾ ਮੈਨੇਜਰ ਕਿਸ ਤਰ੍ਹਾਂ ਹੋਏਗਾ? ਇਹ ਗੁੱਡ ਕੁਆਲਿਟੀਜ਼ ਕਿਹੜੀਆਂ ਹੋਈਆਂ ਫਿਰ? ਟਾਈਮ ਮੈਨੇਜਮੈਂਟ ਸਕਿੱਲ ਉਹਦੇ ਅੰਦਰ ਬਹੁਤ ਵਧੀਆ ਤਰੀਕੇ ਨਾਲ ਹੋਏਗੀ, ਇੰਟਰਪਰਸਨਲ ਸਕਿੱਲ ਹੋਏਗੀ, ਅਡੈਪਟੇਬਲ ਹੋਏਗਾ, ਅਟੈਂਸ਼ਨ ਟੂ ਡਿਟੇਲ। ਬੱਚੇ ਇਸ ਚੀਜ਼ ਨੂੰ ਨਾ ਫਿਰ ਰਿਪੀਟ ਕਰ ਰਹੇ ਹਾਂ, ਕਈ ਵਾਰ ਬਹੁਤ ਵੱਡੇ ਹਾਦਸੇ ਹੋ ਜਾਂਦੇ ਕਿਸੇ ਆਰਗੇਨਾਈਜੇਸ਼ਨ ਵਿੱਚ। ਕਿਉਂ? ਕਿਉਂਕਿ ਮੈਨੇਜਰ ਸ਼ਾਇਦ ਉਹ ਛੋਟੀ ਛੋਟੀ ਡਿਟੇਲ ਤੇ ਧਿਆਨ ਨਹੀਂ ਦੇ ਰਿਹਾ ਹੁੰਦਾ। ਵੱਡੀ ਵੱਡੀ ਕੰਪਨੀਆਂ ਫੇਲ ਹੋ ਜਾਂਦੀਆਂ ਨੇ ਇੱਕ ਛੋਟੀ ਛੋਟੀ ਗਲਤੀ ਤੋਂ। ਆਪਾਂ ਕੇਸ ਸਟੱਡੀਜ਼ ਪੜ੍ਹਦੇ ਹਾਂ ਨਾ, ਉਹਦੇ ਵਿੱਚ ਇਹ ਬਹੁਤ ਜਗ੍ਹਾ ਡਿਸਕਸ ਕੀਤਾ ਜਾਂਦਾ ਕਿ ਕਿਸ ਤਰ੍ਹਾਂ ਇੱਕ ਛੋਟੀ ਜਿਹੀ ਗਲਤੀ ਤੇ ਪੂਰੀ ਦੀ ਪੂਰੀ ਫਰਮ ਜਿਹੜੀ ਉਹ ਖਤਮ ਹੋ ਗਈ, ਪੂਰੀ ਉਸ ਇੱਕ ਦੇਸ਼ ਚੋਂ ਹੀ ਉਹ ਖਤਮ ਹੋ ਜਾਂਦੀ ਹੈ ਕੰਪਨੀ, ਕਿਉਂਕਿ ਉਹ ਬਹੁਤ ਵੱਡਾ ਇਸ਼ੂ ਕ੍ਰੀਏਟ ਕਰ ਚੁੱਕੀ ਹੁੰਦੀ ਆ। ਤੇ ਫਿਰ ਅਸੀਂ ਉਸ ਪ੍ਰੋਬਲਮ ਨੂੰ ਕਿਉਂ ਇਗਨੋਰ ਕੀਤਾ, ਜਿੰਨੇ ਪੂਰੀ ਦੀ ਪੂਰੀ ਫਰਮ ਨੂੰ, ਇੱਕ ਸੰਗਠਨ ਨੂੰ ਖਤਮ ਕਰ ਦੇਣਾ ਸੀ। ਅਗਰ ਆਪਾਂ ਧਿਆਨ ਦਿੱਤਾ ਹੁੰਦਾ ਤੇ ਉਹ ਹੋ ਰਹੀ ਹੁੰਦੀ, ਤੇ ਆਪਾਂ ਨਹੀਂ ਧਿਆਨ ਦਿੱਤਾ ਤੇ ਹੁਣ ਉਹ ਨਹੀਂ ਹੋ ਰਹੀ। ਆਰਗੇਨਾਈਜੇਸ਼ਨ ਸਕਿੱਲ ਬਹੁਤ ਜ਼ਰੂਰੀ ਹੈਗੀ ਆ, ਕਮਿਊਨੀਕੇਸ਼ਨ ਸਕਿੱਲ ਬਹੁਤ ਜ਼ਰੂਰੀ ਹੈਗੀ ਆ, ਲੀਡਰਸ਼ਿਪ, ਉਹ ਕਿਉਂਕਿ ਟੀਮ ਲੈ ਕੇ ਚੱਲ ਰਿਹਾ ਨਾ, ਅਗਰ ਉਹ ਖੁਦ ਹੀ ਐਜ਼ ਅ ਲੀਡਰ ਐਕਟ ਨਹੀਂ ਕਰ ਪਾ ਰਿਹਾ ਤੇ ਉਹ ਫਿਰ ਚੰਗਾ ਮੈਨੇਜਰ ਕਿਸ ਤਰ੍ਹਾਂ ਕਹਿਲਾਏਗਾ? ਚੰਗਾ ਮੈਨੇਜਰ ਕਹਿਲਾਉਣ ਲਈ ਤੁਹਾਡੇ ਕੋਲ ਇਹ 8 ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ। ਅਗਰ ਤੁਸੀਂ 8 ਕੁਆਲਿਟੀਜ਼ ਰੱਖਦੇ ਜੇ, ਬਹੁਤ ਵਧੀਆ ਤਰੀਕੇ ਨਾਲ ਰੱਖਦੇ ਜੇ, ਤੇ ਤੁਸੀਂ ਸਮਝ ਲਓ ਚੰਗੇ ਮੈਨੇਜਰ ਜੇ। ਅਗਰ ਤੁਸੀਂ ਚੰਗੇ ਮੈਨੇਜਰ ਜੇ, ਉਸ ਫਰਮ ਦੀ, ਉਸ ਕੰਪਨੀ ਦੀ, ਆਰਗੇਨਾਈਜੇਸ਼ਨ ਦੀ ਜਿਹੜਾ ਕੰਮ ਹੈਗਾ ਆ ਬਹੁਤ ਸਮੂਥਲੀ ਚੱਲੇਗਾ, ਇਫੈਕਟਿਵਲੀ ਚੱਲੇਗਾ, ਐਫੀਸੈਂਟਲੀ ਚੱਲੇਗਾ ਤੇ ਪ੍ਰੋਡਕਟਿਵ ਹੋਏਗਾ। ਇਹ ਤਿੰਨ ਵਰਡ ਬਾਰ-ਬਾਰ ਰਿਪੀਟ ਕਰਦੇ ਹੁੰਦੇ ਆ, ਇਫੈਕਟਿਵ, ਐਫੀਸੈਂਟ ਤੇ ਪ੍ਰੋਡਕਟਿਵ। ਇਹ ਕਿਸ ਤਰ੍ਹਾਂ ਹੋਏਗਾ? ਚੰਗੇ ਮੈਨੇਜਰ, ਕਿਉਂ? ਉਹਦਾ ਕ੍ਰੂਸ਼ੀਅਲ ਰੋਲ ਹੈਗਾ। ਅਗਰ ਉਹ ਇਹ ਚੀਜ਼ਾਂ ਕਰ ਪਾ ਰਿਹਾ ਹੈਗਾ ਆ ਤੇ ਫਿਰ ਬੜਾ ਹੀ ਆਸਾਨ ਹੋ ਜਾਏਗਾ, ਤੇ ਤੁਸੀਂ ਵੀ ਆਪਣੇ ਅੰਦਰ ਇੱਕ ਗੁਣ ਪੈਦਾ ਕਰਨੇ। ਬਾਰ-ਬਾਰ ਕਹਿੰਦਾ ਉਹਨਾਂ ਕਮਰਸ ਦੇ ਬੱਚਿਆਂ ਨੂੰ ਕਿ ਅਗਰ ਅਸੀਂ ਕਮਰਸ ਪੜ੍ਹ ਰਹੇ ਹੈਗੇ ਆ ਤੇ ਤੁਸੀਂ ਮੰਨ ਕੇ ਚੱਲੋ ਕਿ ਤੁਸੀਂ ਇੱਕ ਚੰਗੇ ਮੈਨੇਜਰ ਬਣਨਾ ਹੀ ਆ। ਇਸੇ ਕਰਕੇ ਆਪਾਂ ਕਮਰਸ ਪੜ੍ਹ ਰਹੇ ਹਾਂ ਨਾ। ਇੱਕ, ਚਾਹੇ ਤੁਸੀਂ ਉਸ ਕੰਪਨੀ ਦੇ ਬੌਸ ਬਣ ਜਾਓ, ਚਾਹੇ ਤੁਸੀਂ CEO ਬਣ ਜਾਓ, ਮਗਰ ਤੁਹਾਡੇ ਅੰਦਰ ਗੁਣ ਕਿਹੜੇ ਹੋਣੇ ਚਾਹੀਦੇ ਆ? ਚੰਗੇ ਮੈਨੇਜਰ। ਅਗਰ ਉਹ ਚੰਗੇ ਮੈਨੇਜਰ ਹੈਗੇ ਜੇ ਤੇ ਫਿਰ ਤੁਸੀਂ ਉਸ ਬਿਜ਼ਨਸ ਨੂੰ ਬਹੁਤ ਵਧੀਆ ਤਰੀਕੇ ਨਾਲ ਰਨ ਕਰ ਰਹੇ ਹੋਗੇ। ਅਗਰ ਨਹੀਂ ਹੈਗੇ ਤੇ ਫਿਰ ਸਮਝ ਲਓ ਤੁਹਾਡਾ ਬਿਜ਼ਨਸ ਨਹੀਂ ਚੱਲ ਸਕਦਾ। ਤੇ ਇਹ 8 ਗੁਣ ਹੈਗੇ ਨੇ, ਕੁਆਲਿਟੀਜ਼ ਹੈਗੀਆਂ ਨੇ, ਤੇ ਅਗਰ ਆ ਤੁਹਾਡੇ 'ਚ ਹੈਗੀਆਂ ਨੇ ਤੇ ਤੁਸੀਂ ਚੱਲੋ ਕਿ ਤੁਸੀਂ ਚੰਗੇ ਮੈਨੇਜਰ ਬਣ ਸਕਦੇ ਜੇ। ਠੀਕ ਆ? ਇਹਨੂੰ ਕੁਐਸਚਨ ਦੇ ਆਨਸਰ ਦੇ ਰੂਪ ਚ ਵੀ ਯਾਦ ਰੱਖਣਾ ਹੈਗਾ ਆ। ਅਗਰ ਸਾਨੂੰ 4 ਮਾਰਕਸ ਦਾ ਕੁਐਸਚਨ ਆਉਂਦਾ, ਇਹ 8 ਪੁਆਇੰਟ ਸਾਡੇ ਦਿਮਾਗ ਚੱਲਣੇ ਚਾਹੀਦੇ ਹੈਗੇ ਨੇ। ਅਗਰ ਵੱਡਾ ਕੁਐਸਚਨ ਹੈ ਤਾਂ ਆਪਾਂ ਐਕਸਪਲੇਨ ਕਰ ਦੇਣਾ ਹੈਗਾ ਆ, ਅਗਰ ਛੋਟਾ ਕੁਐਸਚਨ ਹੈ ਤਾਂ ਜਸਟ ਪੁਆਇੰਟ ਲਿਖ ਸਕਦੇ ਹੈਗੇ ਆ। ਉਸ ਹਿਸਾਬ ਨਾਲ ਚੱਲਣਾ, ਐਗਜ਼ਾਮੀਨੇਸ਼ਨ ਪੁਆਇੰਟ ਆਫ View ਨੂੰ ਵੀ ਕਲੀਅਰ ਕਰਨਾ। ਮਗਰ ਮੇਨ ਗੋਲ ਕੀ ਹੈਗਾ ਆ? ਮੇਨ ਗੋਲ ਹੈਗਾ ਕਿ ਆਪਾਂ ਕਿਸ ਤਰ੍ਹਾਂ ਇੱਕ ਚੰਗੇ ਮੈਨੇਜਰ, ਜਦੋਂ ਐਕਚੁਅਲੀ ਆਪਾਂ ਕੰਮ ਕਰ ਰਹੇ ਹੋਵਾਂਗੇ ਕਿਸੇ ਫਰਮ 'ਚ, ਉਦੋਂ ਸਥਾਪਿਤ ਹੋਣਾ ਹੈਗਾ ਆ, ਬਣਨਾ ਹੈਗਾ ਆ। ਉਸ ਆਰਗੇਨਾਈਜੇਸ਼ਨ ਵਾਸਤੇ ਕਿਸ ਤਰ੍ਹਾਂ ਪ੍ਰੋਡਕਟਿਵ ਸਾਬਿਤ ਹੋਣਾ ਹੈਗਾ ਆ, ਐਫੀਸ਼ੀਐਂਟ ਸਾਬਿਤ ਹੋਣਾ ਹੈ, ਇਫੈਕਟਿਵ ਸਾਬਿਤ ਹੋਣਾ ਹੈਗਾ ਆ। ਉਹਦੇ ਲਈ ਜ਼ਿਆਦਾ ਮੇਨ ਕੰਮ ਧਿਆਨ ਆਪਣੇ ਦਿਮਾਗ 'ਚ ਆ। ਹੁਣ ਆਪਾਂ ਜਦੋਂ ਕੁਆਲਿਟੀਜ਼ ਕਰ ਰਹੇ ਹੈਗੇ ਆ ਤੇ ਅਸੀਂ ਹੋਰ ਇਹਨੂੰ ਅਗਰ ਅੱਗੇ ਲੈ ਜਾਈਏ ਤੇ ਫਿਰ ਦੁਬਾਰਾ ਆਪਾਂ ਇਸ ਚੀਜ਼ ਨੂੰ ਵੇਖਣ ਦੀ ਕੋਸ਼ਿਸ਼ ਕਰੀਏ ਤੇ ਰਿਪੀਟ ਹੋਣਗੀਆਂ। ਕਮਿਊਨੀਕੇਸ਼ਨ ਸਕਿੱਲ, ਲੀਡਰਸ਼ਿਪ ਸਕਿੱਲ, ਇੰਟਰਪਰਸਨਲ ਸਕਿੱਲ, ਆਰਗੇਨਾਈਜੇਸ਼ਨ ਸਕਿੱਲ। ਅੱਛਾ, ਸਟ੍ਰੈਟਜਿਕ, ਉਹ ਨਾ ਸਟ੍ਰੈਟਜੀ ਬਣਾ ਸਕਦਾ ਹੋਵੇ। ਸਟ੍ਰੈਟਜਿਕ ਥਿੰਕਿੰਗ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਆ। ਸਟੈਪ ਵਾਈਜ਼, ਜਿਸ ਤਰ੍ਹਾਂ ਆਪਾਂ ਸੋਚਦੇ ਨਾ ਕਿਹੜੀ ਗੇਮ ਖੇਡਦੇ ਨੇ, ਚੈਸ, ਉਹਦੇ ਵਿੱਚ ਆਪਾਂ ਸਟ੍ਰੈਟਜੀ ਬਣਾਉਂਦੇ ਆ ਕਿ ਇੱਕ ਸਟੈਪ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ, ਉਹ ਸਟੈਪ ਕਿਹੜਾ ਆਏਗਾ? ਉਸੇ ਤਰ੍ਹਾਂ ਕੰਪਨੀ ਵਿੱਚ ਚੱਲਦਾ ਹੈਗਾ ਕਿ ਕਿਸ ਤਰ੍ਹਾਂ ਇੱਕ ਸਟੈਪ ਤੋਂ ਬਾਅਦ ਦੂਸਰਾ ਸਟੈਪ ਆਏਗਾ ਤੇ ਫਿਰ ਆਪਾਂ ਆਪਣੀ ਕੰਪਨੀ ਨੂੰ ਅੱਗੇ ਵਧਾ ਪਾਵਾਂਗੇ। ਅਡੈਪਟੇਬਲ ਹੋਣਾ ਚਾਹੀਦਾ। ਇਹ ਬਾਰ-ਬਾਰ ਰਿਪੀਟ ਹੁੰਦੀਆਂ ਨੇ ਇਹ ਕੁਐਸਚਨ, ਜਿਸ ਤਰ੍ਹਾਂ ਮਰਜ਼ੀ ਤੁਸੀਂ ਅਲੱਗ-ਅਲੱਗ ਬੁੱਕਸ ਚੋਂ ਪੜ੍ਹ ਕੇ ਵੇਖਿਓ, ਇਹ ਰਿਪੀਟ ਹੋਣਗੀਆਂ ਚੀਜ਼ਾਂ। ਤੇ ਅਗਰ ਤੁਸੀਂ 8 ਕਰ ਲਓ ਜਾਂ 10 ਕਰ ਲਓ। ਅੱਛਾ, ਇਮੋਸ਼ਨ ਇੰਟੈਲੀਜੈਂਸ, ਇਹ ਪਹਿਲਾਂ ਨਹੀਂ ਆ ਰਿਹਾ ਸੀ, ਮਗਰ ਮੈਂ ਕਹਿਣਾ ਹੁੰਦਾ ਕਿ ਇੰਟਰਪਰਸਨਲ ਸਕਿੱਲ ਤੇ ਇਮੋਸ਼ਨ ਇੰਟੈਲੀਜੈਂਸ ਬਹੁਤ ਜ਼ਰੂਰੀ ਹੈ। ਕਿ ਅਗਰ ਕੋਈ ਮੈਨੇਜਰ ਬਹੁਤ ਵਧੀਆ, ਉਹਦੀ ਕੁਆਲੀਫਿਕੇਸ਼ਨ ਬਹੁਤ ਵਧੀਆ ਹੈਗੀ ਆ,
बहुत इंटैलीजेंट हैगा, सारी MBA MCOM अपनी सारी क्वालिफिकेशन पूरी करके आया हैगा, ਉਹਨੂੰ ਹਰ ਚੀਜ਼ ਪਤਾ ਹੈਗੀ, ਹਰ ਡੈਫੀਨੇਸ਼ਨ ਉਹਨੂੰ ਆਉਂਦੀ ਹੈਗੀ, ਮਗਰ ਇਮੋਸ਼ਨਲ ਇੰਟੈਲੀਜੈਂਸ EQ ਉਹਦਾ ਬਹੁਤ ਘੱਟ ਹੈਗਾ ਹੈ। ਕਿ ਉਹ ਚੰਗਾ ਮੈਨੇਜਰ ਸਾਬਿਤ ਹੋਏਗਾ? ਨਹੀਂ ਹੋਏਗਾ, ਕਿਉਂਕਿ ਉਹ ਆਪਣੇ ਇਮੋਸ਼ਨਸ ਨੂੰ ਕੰਟਰੋਲ ਨਹੀਂ ਕਰ ਸਕੇਗਾ। ਉਹ ਆਪਣੇ ਆਫਿਸ ਦੇ ਇੰਪਲੋਇਜ਼ ਦੇ ਨਾਲ, ਆਪਣੇ ਕਸਟਮਰਸ ਦੇ ਨਾਲ, ਆਪਣੀ ਟੌਪ ਮੈਨੇਜਮੈਂਟ ਨਾਲ ਲੜਾਈ ਹੀ ਲੜਦਾ ਰਹੇਗਾ। ਉਹਦੀਆਂ ਜਿਹੜੀ ਗੱਲਬਾਤ ਹੋਏਗੀ ਉਹ ਇਮੋਸ਼ਨਲੀ ਇਮੈਚੁਰ ਹੋਏਗੀ, ਆਪਣੇ ਇਮੋਸ਼ਨਸ ਕੰਟਰੋਲ ਨਹੀਂ ਕਰ ਪਾਏਗਾ ਤੇ ਉਹ ਕਦੀ ਵੀ ਕਾਮਯਾਬ ਨਹੀਂ ਹੋ ਪਾਏਗਾ। ਟੈਕਨੀਕਲ ਸਕਿੱਲ ਦੀ ਆਪਾਂ ਬਹੁਤ ਵਾਰ ਗੱਲ ਕਰ ਚੁੱਕੇ ਹੈਗੇ ਹਾਂ ਕਿ ਟੈਕਨੀਕਲੀ ਤਾਂ ਆਪਾਂ ਨੂੰ ਸਟਰੋਂਗ ਹੋਣਾ ਪੈਣਾ। ਇਹ ਪੋਸੀਬਲ ਨਹੀਂ ਹੈਗਾ ਕਿ ਅਸੀਂ ਮੈਨੇਜਰ ਹੈਗੇ ਹਾਂ ਤੇ ਟੈਕਨੀਕਲੀ ਸਾਊਂਡ ਨਹੀਂ ਹੈ। ਬਹੁਤ ਸਾਰੇ ਬੈਂਕ ਮੈਨੇਜਰਸ ਨੂੰ ਇਹ ਬਹੁਤ ਸੀਰੀਅਸ ਇਸ਼ੂ ਆਇਆ ਸੀ ਜਦੋਂ ਬੈਂਕਸ ਵਿੱਚ ਕੀ ਹੋਇਆ ਕਿ ਪਹਿਲਾਂ ਅਸੀਂ ਸਾਰੀ ਚੀਜ਼ਾਂ ਕਾਗਜ਼ਾਂ ਤੇ ਕਰ ਰਹੇ ਸੀ ਤੇ ਗਵਰਨਮੈਂਟ ਨੇ ਫਿਰ ਉਹਨੂੰ ਆਨਲਾਈਨ ਕਰ ਦਿੱਤਾ। ਬੈਂਕ ਸਾਰੀਆਂ ਚੀਜ਼ਾਂ ਆਨਲਾਈਨ ਹੋ ਗਈਆਂ, ਸਾਰਾ ਰਿਕਾਰਡ ਆਨਲਾਈਨ ਹੋ ਗਿਆ ਤੇ ਫਿਰ ਜਿਹੜੇ ਲੋਕ ਟੈਕਨੋਲੋਜੀ ਨੂੰ ਨਹੀਂ ਅਡਾਪਟ ਕਰ ਪਾ ਰਹੇ ਸੀ, ਉਹਨਾਂ ਦੇ ਟੈਕਨੀਕਲ ਸਕਿੱਲਸ ਵੀਕ ਹੈਗੀਆਂ ਸੀ, ਉਹਨਾਂ ਨੂੰ ਬਹੁਤ ਮੁਸ਼ਕਿਲ ਆਈ, ਉਹ ਇੱਕ ਚੰਗੇ ਮੈਨੇਜਰ ਸਾਬਿਤ ਨਹੀਂ ਹੋ ਰਹੇ ਸੀ। ਹੁੰਦਾ ਕੀ ਸੀ, ਇੱਕ ਨਵਾਂ EMPLOYE ਜਿਹੜਾ ਆਇਆ, ਜਿਹੜਾ ਕੰਪਿਊਟਰ ਦੀ ਪੜ੍ਹਾਈ ਕਰਕੇ ਆਇਆ, ਉਹਨੂੰ ਪਤਾ ਹੁੰਦਾ ਸੀ ਤੇ ਮੈਨੇਜਰ ਸਾਹਿਬ ਨੂੰ ਉਹ ਚੀਜ਼ਾਂ ਨਹੀਂ ਪਤਾ ਹੁੰਦੀਆਂ ਸੀ ਤੇ ਬੜੀ ਮੁਸ਼ਕਿਲ ਪੈ ਗਈ। ਇਸੇ ਤਰ੍ਹਾਂ ਸਕੂਲਸ ਵਿੱਚ, ਆਫਿਸ ਵਿੱਚ ਜਿੰਨੇ ਕਲਰਕਸ ਹੈਗੇ ਸੀ, ਉਹਨਾਂ ਦੇ ਕੰਮ ਵਿੱਚ ਬਹੁਤ ਤਬਦੀਲੀ ਆਈ ਕਿਉਂਕਿ ਆਨਲਾਈਨ ਚੀਜ਼ਾਂ ਹੋ ਗਈਆਂ ਸਾਰੀ, ਸਾਰੀ ਸੈਲਰੀ ਆਨਲਾਈਨ ਬਣ ਰਿਹਾ ਪਈ, ਸਾਰਾ EMPLOYEਜ਼ ਦਾ ਰਿਕਾਰਡ ਆਨਲਾਈਨ ਹੋਣ ਡਿਆ ਪਿਆ ਤੇ ਉਹਨਾਂ ਨੂੰ ਬਹੁਤ ਮੁਸ਼ਕਿਲ ਆਈਆਂ। ਤੇ ਜਿਹੜੇ ਵੀ ਮੈਨੇਜਰ ਟੈਕਨੀਕਲੀ ਸਾਊਂਡ ਹੁੰਦੇ ਨੇ ਉਹ ਇਹਨਾਂ ਮੁਸ਼ਕਿਲਾਂ ਨੂੰ ਹੱਲ ਕਰ ਲੈਂਦੇ ਨੇ ਤੇ ਜਿਹੜੇ ਟੈਕਨੀਕਲੀ ਸਾਊਂਡ ਨਹੀਂ ਹੋਣਗੇ ਉਹ ਬਹੁਤ ਮੁਸ਼ਕਿਲ ਪੈਣਗੇ। ਓਨੈਸਟੀ ਐਂਡ ਇੰਟੈਗ੍ਰਿਟੀ ਇਹ ਬਹੁਤ ਜ਼ਰੂਰੀ ਬੱਚੇ, ਇਮਾਨਦਾਰੀ ਦਾ ਕੋਈ ਤੋੜ ਨਹੀਂ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਤੁਸੀਂ ਬੇਈਮਾਨੀ ਦੇ ਨਾਲ ਚੰਗਾ ਮੈਨੇਜਰ ਬਣ ਜਾਓ ਤੇ ਕੰਟੀਨਿਊਸ ਲੋ, ਲਗਾਤਾਰ ਤੁਹਾਨੂੰ ਸਿੱਖਣਾ ਪਏਗਾ। ਬਿਨਾਂ ਸਿੱਖਿਆ ਕੋਈ ਵੀ ਸਾਡਾ ਹੱਲ ਨਹੀਂ ਹੈਗਾ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਮੈਂ ਇੱਕ ਵਾਰ ਪੜ੍ਹਾਈ ਕਰ ਲਈ ਹੈਗੀ ਆ, ਹੁਣ ਮੈਨੂੰ ਕੋਈ ਲੋੜ ਨਹੀਂ ਹੈਗੀ, ਇਸ ਤਰ੍ਹਾਂ ਨਹੀਂ ਹੋ। ਅੱਛਾ, ਰੋਲ ਆਫ ਮੈਨੇਜਰ ਵਿੱਚ ਕੀ ਆ ਰਿਹਾ ਹੈਗਾ ਆ, ਆਪਾਂ ਜਾਣਦੇ ਹਾਂ ਕਿ ਦ ਰੋਲ ਆਫ ਆਫਿਸ ਮੈਨੇਜਰ ਇਜ਼ ਮਲਟੀਫੇਸਿਡ ਐਂਡ ਰਿਕੁਆਇਰਡ ਅ ਵਾਈਡ ਰੇਂਜ ਆਫ ਸਕਿੱਲ ਐਂਡ ਰਿਸਪੌਂਸ। ਕਿਉਂ? ਕੁਝ ਆਰਗੇਨਾਈਜੇਸ਼ਨ ਸਕਿੱਲ ਚਾਹੀਦੀ ਹੈ, ਫਾਈਨੈਂਸ਼ੀਅਲ ਮੈਨੇਜਮੈਂਟ ਵੀ ਉਹਨੂੰ ਆਉਣੀ ਚਾਹੀਦੀ ਹੈਗੀ ਆ। ਹਰ ਬਿਜ਼ਨਸ ਫਾਈਨੈਂਸ ਨਾਲ ਤੇ ਚੱਲ ਰਿਹਾ ਹੋਏਗਾ ਨਾ, ਹਿਊਮਨ ਰਿਸੋਰਸ ਵਿੱਚ ਉਹ ਮਾਹਿਰ ਹੋਣਾ ਚਾਹੀਦਾ, ਟ੍ਰੇਨਿੰਗ ਉਹਨੇ ਕਰਾਉਣੀ ਆ ਨਾ, ਰਿਕਰੂਟਮੈਂਟ ਵਿੱਚ ਉਹਦਾ ਹੱਥ ਰਹੇਗਾ ਨਾ, ਕਸਟਮਰ ਸਰਵਿਸ, ਰਿਕਾਰਡ ਕੀਪਿੰਗ, ਫੈਸਿਲਿਟੀ ਮੈਨੇਜਮੈਂਟ, ਕਮਿਊਨੀਕੇਸ਼ਨ। ਇਹ ਬਾਰ-ਬਾਰ ਬੱਚੇ ਰਿਪੀਟ ਹੋ ਰਹੇ ਨੇ ਵਰਡ, ਪਰ ਇਹ ਉਹਦੇ ਗੁਣ ਹੈਗੇ ਨੇ, ਰੋਲ ਹੈਗੇ ਨੇ, ਫੰਕਸ਼ਨਸ ਹੈਗੇ ਨੇ, ਉਹਦੀ ਕੁਆਲੀਫਿਕੇਸ਼ਨ ਦਾ ਹਿੱਸਾ ਨੇ, ਉਹਦੇ ਗੁਣ ਹੈਗੇ ਨੇ। ਇਹ ਚੀਜ਼ਾਂ ਇਸ ਕਰਕੇ ਰਿਪੀਟ ਹੋ ਰਹੀਆਂ ਹੈਗੀਆਂ ਨੇ ਤੇ ਇਹਨਾਂ ਨੂੰ ਤੁਸੀਂ ਬਾਰ-ਬਾਰ ਯਾਦ ਰੱਖਣਾ ਹੈ ਕਿ ਇਹ ਉਹਦੇ ਅੰਦਰ ਹੋਣੀਆਂ ਚਾਹੀਦੀਆਂ ਨੇ। ਅਗਰ ਹੈ ਨੇ ਤਾਂ ਚੰਗਾ ਮੈਨੇਜਰ ਸਾਬਿਤ ਹੋਏਗਾ। ਹੁਣ ਦੇਖੋ ਮੁਸ਼ਕਿਲ ਕੀ ਆਉਂਦੀ ਹੈਗੀ, ਜਦੋਂ ਤੁਸੀਂ ਇੱਕ ਚੰਗੇ ਮੈਨੇਜਰ ਹੈਗੇ ਜੇ ਤੇ ਤੁਸੀਂ ਮੰਨ ਕੇ ਚੱਲੋ ਕਿ ਸਾਰਾ ਜਿਹੜਾ ਬਿਜ਼ਨਸ ਚੱਲ ਰਿਹਾ ਹੈਗਾ ਉਸ ਫਰਮ ਦਾ, ਆਰਗੇਨਾਈਜੇਸ਼ਨ ਦਾ, ਉਹ ਤੁਸੀਂ ਇੱਕ ਪ੍ਰਕਾਰ ਨਾਲ ਚਲਾ ਰਹੇ ਹੈਗੇ ਤੇ ਤੁਹਾਡੇ ਜੇ ਰੂਲ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆ ਸਕਦੀਆਂ। ਕੀ ਹੋ ਸਕਦਾ? ਓਵਰਲੋਡ ਵਿਦ ਰਿਸਪੌਂਸਿਬਿਲਿਟੀ, ਬਹੁਤ ਜ਼ਿਆਦਾ ਭਾਰ ਆਪਾਂ ਹੁਣੇ ਗਿਣੇ ਨਾ, ਇੰਨੀਆਂ ਸਾਰੀਆਂ ਰਿਸਪੌਂਸਿਬਿਲਿਟੀਆਂ, ਫੰਕਸ਼ਨ ਤੁਹਾਡੇ ਨੇ ਨਾ ਐਜ਼ ਅ ਮੈਨੇਜਰ, ਤੇ ਫਿਰ ਓਵਰਲੋਡ ਤੇ ਤੁਸੀਂ ਹੋ ਹੀ ਜਾਣਾ ਨਾ ਰਿਸਪੌਂਸਿਬਿਲਿਟੀ ਤੋਂ, ਤੇ ਉਸ ਨੂੰ ਕਿਸ ਤਰ੍ਹਾਂ ਬਚਣਾ ਹੈਗਾ, ਇਹ ਤੇ ਤੁਸੀਂ ਧਿਆਨ ਦੇਣਾ ਹੈਗਾ। ਕਈਆਂ 'ਚ ਲੈਕ ਆਫ ਅਥਾਰਟੀ ਹੁੰਦੀ, ਉਹ ਮੈਨੇਜਰ ਬਣ ਗਏ ਮਗਰ ਉਹ ਕੰਟਰੋਲ ਨਹੀਂ ਕਰ ਪਾ ਰਹੇ। ਕਈਆਂ ਦੀ ਟ੍ਰੇਨਿੰਗ ਆਪਣੀ ਹੀ ਨਾਕਾਫੀ ਹੁੰਦੀ ਆ, ਇਨਐਡੁਕੇਟ ਟ੍ਰੇਨਿੰਗ ਨਾਲ ਤੁਸੀਂ ਕਿਸ ਤਰ੍ਹਾਂ ਚੱਲੋਗੇ? ਪੂਅਰ ਕਮਿਊਨੀਕੇਸ਼ਨ ਸਕਿੱਲ ਅਗਰ ਹੈਗੀ ਆ ਤੇ ਫਿਰ ਵੀ ਨਹੀਂ ਕੰਮ ਚੱਲਣਾ ਹੈਗਾ, ਕਿਉਂਕਿ ਲਗਾਤਾਰ ਵਾਰਤਾਲਾਪ ਚੱਲਣੀ ਹੈ, ਲਗਾਤਾਰ ਕਮਿਊਨੀਕੇਸ਼ਨ ਚੱਲਣਾ, ਗੱਲਬਾਤ ਸੰਚਾਰ ਚੱਲਣਾ ਹੈਗਾ। ਹੁਣ ਉਹ ਜ਼ਮਾਨਾ ਨਹੀਂ ਰਹੇਗਾ ਕਿ ਤੁਸੀਂ ਜਸਟ ਕੈਬਿਨ 'ਚ ਬੈਠ ਕੇ ਕੰਮ ਚਲਾ ਲਓਗੇ। ਲਗਾਤਾਰ ਜਦੋਂ ਤੁਸੀਂ ਕੈਬਿਨ 'ਚ ਬੈਠੇ ਹੋ ਤਾਂ ਵੀ ਤੁਹਾਡੀ ਆਨਲਾਈਨ ਕਮਿਊਨੀਕੇਸ਼ਨ ਚੱਲ ਰਹੀ ਹੈ ਕਿਸੇ ਦੇ ਨਾਲ, ਤੁਸੀਂ ਕਿਸੇ ਨੂੰ ਮੈਸੇਜ ਕਰ ਰਹੇ ਜੇ, ਈਮੇਲ ਕਰ ਰਹੇ ਜੇ, ਕਿਸੇ ਮੀਟਿੰਗ 'ਚ ਬੈਠੇ ਹੋਏ ਜੇ। ਕਈਆਂ ਨੂੰ ਰੈਜ਼ਿਸਟੈਂਸ ਟੂ ਚੇਂਜ ਹੁੰਦਾ ਕਿ ਉਹ ਚੇਂਜ ਨਹੀਂ ਕਰ ਸਕਦੇ, ਤਾਂ ਦਾ ਮੈਨੇਜਰ ਕਾਮਯਾਬ ਨਹੀਂ ਹੋ ਸਕਦਾ, ਉਹਦੇ ਲਈ ਡਰਾਬੈਕ ਹੋ ਜਾਏਗਾ ਤੇ ਰਿਸੋਰਸ ਨਾਕਾਫੀ ਰਹਿੰਦੇ ਹੈਗੇ ਨੇ। ਇਹ ਵੀ ਕਿਤੇ ਨਾ ਕਿਤੇ ਨਾਕਾਮਯਾਬੀ ਦਾ ਕਾਰਨ ਬਣਦਾ ਹੈਗਾ। ਮਗਰ ਇੱਕ ਚੰਗੇ ਮੈਨੇਜਰ ਨੂੰ ਮੈਨੇਜ ਕਰਨਾ ਆਉਣਾ ਚਾਹੀਦਾ, ਰਿਸੋਰਸ ਨੂੰ ਅਡੈਪਟੇਬਲ ਹੋਣਾ ਚਾਹੀਦਾ ਚੇਂਜ ਨੂੰ, ਕਮਿਊਨੀਕੇਸ਼ਨ ਸਕਿੱਲ ਵਧੀਆ ਹੋਣੀ ਚਾਹੀਦੀ ਹੈ, ਟ੍ਰੇਨਿੰਗ ਉਹਦੀ ਬਹੁਤ ਵਧੀਆ ਤਰੀਕੇ ਨਾਲ ਹੋਈ ਹੋਵੇ, ਉਹ ਵੇਖੇ ਕਿੱਥੇ ਕਮੀ ਹੈਗੀ, ਉਸ ਟ੍ਰੇਨਿੰਗ ਨੂੰ ਦੁਬਾਰਾ ਕਰੇ। ਹੁਣ ਤੇ ਆਪਸ਼ਨ ਹੀ ਬੜੇ, ਆਨਲਾਈਨ ਕਰ ਲਓ, ਬਹੁਤ ਤਰੀਕੇ ਹੈਗੇ ਨੇ। ਅਥਾਰਟੀ ਉਹਦੇ ਕੋਲ ਹੋਣੀ ਚਾਹੀਦੀ ਆ, ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਬਿਨਾਂ ਅਥਾਰਟੀ ਦੇ ਉਹ ਕੰਮ ਕਰ ਰਿਹਾ ਹੋਵੇ। ਈਵਨ ਕਈ ਵਾਰ ਡੈਲੀਗੇਟ ਆਫ ਰਿਸਪੌਂਸਿਬਿਲਿਟੀ ਐਂਡ ਅਥਾਰਟੀ ਵੀ ਕਰਨਾ ਪੈਂਦਾ ਹੈਗਾ ਆ, ਉਹਦੇ ਲਈ ਵੀ ਤੁਹਾਨੂੰ ਸਮਝ ਹੋਣੀ ਚਾਹੀਦੀ ਕਿ ਉਹ ਮੈਂ ਕੰਮ ਕਿਸ ਤਰ੍ਹਾਂ ਕਰ ਰਿਹਾ। ਤੇ ਪਿਆਰੇ ਬੱਚਿਓ, ਇਹ ਸਾਰੇ ਆਪਾਂ ਜਿਹੜੇ ਰੋਲ ਪੜ੍ਹੇ, ਫੰਕਸ਼ਨਸ ਪੜ੍ਹੇ, ਕੁਆਲਿਟੀਜ਼ ਪੜ੍ਹੀਆਂ, ਡਰਾਬੈਕਸ ਪੜ੍ਹੇ, ਕਿੰਨਾ ਸਾਨੂੰ ਪਤਾ ਲੱਗਾ ਕਿ ਸਾਡਾ ਮੈਨੇਜਰ ਕੀ ਹੁੰਦਾ ਹੈ।
ਉਹ ਮੈਨੇਜਰ ਦੇ ਕੰਮ ਕੀ ਹੁੰਦੇ ਨੇ। ਤੇ ਇਹ ਜਦੋਂ ਆਪਾਂ ਨੂੰ ਸਮਝ ਆ ਗਿਆ ਤੇ ਅਸੀਂ ਰਨ ਕਰ ਲਿਆ। ਪਿਆਰੇ ਬੱਚਿਓ, ਇਸ ਤਰ੍ਹਾਂ ਹੀ ਆਪਾਂ ਪੜ੍ਹਦੇ ਰਹਿਣਾ ਹੈਗਾ ਤੇ ਅੱਗੇ ਵਧਦੇ ਰਹਿਣਾ। ਜੈ ਹਿੰਦ।